ਅੱਜ ਆਪਾਂ 515 ਅੰਕ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਜਿਹੜੀ ਗੁਜਰੀ ਰਾਗ ਦੇ ਵਿੱਚ ਵਾਰ ਆ ਉਹਦੀ 18ਵੀਂ ਪੌੜੀ ਲੈਣ ਲੱਗੇ ਹਾਂ। ਸ਼ਲੋਕ ਮਹੱਲਾ ਤੀਜਾ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਕਹਿੰਦੇ ਬਾਣੀ ਜਿਹੜੀ ਹੈਗੀ ਆ ਇਹ ਜਿਹੜੀ ਬਾਣੀ ਆਪਾਂ ਨੂੰ ਪਰਮਾਤਮਾ ਦਾ ਰੂਪ, ਪਰਮਾਤਮਾ ਵਰਗਾ ਬਣਾ ਦਿੰਦੀ ਆ। ਪੰਜਾਂ ਤੱਤਾਂ ਦੀ ਰਚਨਾ ਤੋਂ ਜਿਹੜਾ ਹੈਗਾ, ਮੋਹ ਤੋਂ, ਮੋਹ ਮਮਤਾ ਤੋਂ ਜਿਹੜੀ ਹੈਗੀ ਹੈ ਬਾਣੀ ਆਪਾਂ ਨੂੰ ਛੁਡਾ ਦਿੰਦੀ ਆ। ਕਹਿੰਦੇ ਇਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈਗਾ ਭਾਈ। ਇਹ ਉਸ ਨਿਰੰਕਾਰ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦੀ ਹੀ ਬਾਣੀ ਹੈਗੀ ਭਾਈ। ਉਹਦੇ ਵਰਗਾ ਬਣਾਉਣ ਵਾਲੀ, ਜਿਹੜਾ ਆਕਾਰ ਰਹਿਤ ਹੈ, ਬਾਣੀ ਵੀ ਆਕਾਰ ਰਹਿਤ ਹੈਗੀ। ਇਹ ਵੀ ਬਾਣੀ ਜਿਹੜੀ ਹੈਗੀ ਹੈ ਇਨਸਾਨ ਨੂੰ ਜਿਹੜਾ ਹੈਗਾ ਉਹ ਇਸ ਸੰਸਾਰ ਸਮੁੰਦਰ ਤੋਂ ਇਹੀ ਬਾਣੀ ਜਿਹੜੀ ਹੈਗੀ ਤਾਰ ਸਕਦੀ ਹੈ। ਵਾਹ ਵਾਹ ਅਗਮ ਅਗਾਧ ਅਥਾਹ ਹੈ, ਵਾਹ ਵਾਹ ਸੱਚਾ ਸੋਏ। ਕਹਿੰਦੇ ਵਾਹ ਵਾਹ ਅਗਮ ਅਥਾਹ ਹੈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਅਗਮ ਔਰ ਅਥਾਹ ਹੈਗਾ, ਜਿਹੜਾ ਥਾਹ ਨਹੀਂ ਪਾਇਆ ਜਾ ਸਕਦਾ। ਉਹੀ ਵਾਹ ਵਾਹ ਕਰਨ ਦੇ ਕਾਬਲ ਹੈ ਭਾਈ। ਉਹੀ, ਉਸੇ ਦੀ ਭਗਤੀ ਕਰਨੀ ਚਾਹੀਦੀ ਆ, ਉਸੇ ਦੀ ਭਗਤੀ ਬਣਦੀ ਆ। ਵਾਹ ਵਾਹ ਕਰੇ ਸੋ ਹੋਏ। ਔਰ ਜੋ ਮਾਲਕ ਪਰਮਾਤਮਾ ਜਿਹੜਾ ਹੈਗਾ ਵਾਹ ਵਾਹ ਕਰੇ ਸੋ ਹੋਏ। ਜੋ ਮਾਲਕ ਪਰਮਾਤਮਾ ਚਾਹੁੰਦਾ ਹੈਗਾ, ਜੋ ਕਰਦਾ ਹੈਗਾ, ਉਹੀ ਹੁੰਦਾ ਹੈ। ਉਹ ਮਾਲਕ, ਉਹ ਸਾਰੇ ਸੰਸਾਰ ਨੂੰ ਜਿਹੜਾ ਹੈਗਾ ਚਲਾਉਣ ਵਾਲਾ, ਬਣਾਉਣ ਵਾਲਾ, ਉਹੀ ਮਾਲਕ ਪਰਮਾਤਮਾ ਹੈਗਾ। ਵਾਹ ਵਾਹ ਅੰਮ੍ਰਿਤ ਨਾਮ ਹੈ, ਗੁਰਮੁਖਿ ਪਾਵੇ ਕੋਏ। ਔਰ ਪਰਮਾਤਮਾ ਦੀ ਵਾਹ ਵਾਹ, ਉਹਦੀ ਸਿਫਤ ਸਲਾਹ, ਇਹ ਅੰਮ੍ਰਿਤ ਨਾਮ ਜਿਹੜਾ ਹੈਗਾ ਆਪਣੇ ਅੰਦਰ ਗੁਪਤ ਹੈਗਾ, ਉਹਨੂੰ ਲੁਭਾਉਣ ਦੇ ਕਾਬਲ ਹੈਗੀ ਭਾਈ। ਉਹਨੂੰ ਲੁਭਾ ਦੇਗੀ ਇਹ ਬਾਣੀ। ਜੋ ਮਾਲਕ ਪਰਮਾਤਮਾ ਦਾ ਨਾਮ ਜਿਹੜਾ ਹੈਗਾ ਗੁਪਤ ਹੈਗਾ, ਉਹਨੂੰ ਇਹ ਬਾਣੀ ਨੇ ਆਪਾਂ ਨੂੰ ਰਾਮ ਰਾਮ ਬੋਲ ਬੋਲ ਖੋਜ ਤੇ ਵਡ ਭਾਗੀ। ਇਸੇ ਦੇ ਨਾਲ ਜਿਹੜਾ ਹੈਗਾ ਉਹ ਅੰਮ੍ਰਿਤ ਨਾਮ ਜਿਹੜਾ ਹੈਗਾ, ਵਾਹ ਵਾਹ ਅੰਮ੍ਰਿਤ ਨਾਮ ਹੈ, ਗੁਰਮੁਖੇ ਪਾਵੇ ਕੋਈ। ਗੁਰੂ ਦੇ ਰਾਹੀਂ, ਬ੍ਰਹਮ ਗਿਆਨੀ ਦੇ ਰਾਹੀਂ ਜਿਹੜਾ ਹੈ ਕੋਈ ਟਾਵਾਂ ਜਿਹੜਾ ਹੈਗਾ ਉਹ ਅੰਮ੍ਰਿਤ ਨਾਮ ਪਾ ਲੈਂਦਾ ਹੈ, ਅਮਰ ਹੋ ਜਾਂਦਾ ਹੈ। ਵਾਹ ਵਾਹ ਕਰਮੀ ਪਾਈਏ, ਆਪ ਦਇਆ ਕਰਦੇ। ਔਰ ਇਹ ਭਗਤੀ ਜਿਹੜੀ ਬੰਦਗੀ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਦੀ ਉਸਤਤ ਧਿਆਨ ਸਿਮਰਨ ਜਿਹੜਾ ਹੈਗਾ, ਕਹਿੰਦੇ ਬੜੇ ਉੱਚੇ ਕਰਮਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਔਰ ਉਸ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਨੂੰ ਉਹ ਮਾਲਕ ਪਰਮਾਤਮਾ ਦਇਆ ਕਰਕੇ, ਮਿਹਰ ਕਰਕੇ ਦਿੰਦਾ ਹੈ। ਨਾਨਕ ਵਾਹ ਵਾਹ ਗੁਰਮੁਖੇ ਪਾਈਏ, ਅੰਧਿਨ ਨਾਮ ਲਏ। ਕਹਿੰਦੇ ਜਿਹੜਾ ਵੀ ਇਨਸਾਨ ਵਾਹ ਵਾਹ ਕਰਦਾ ਹੈ ਗੁਰੂ ਦੇ ਰਾਹੀਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ। ਵਾਹ ਵਾਹ ਨਾਨਕ ਵਾਹ ਵਾਹ ਗੁਰਮੁਖੇ ਪਾਈਏ, ਗੁਰੂ ਦੇ ਰਾਹੀਂ ਅਨਦਿਨ ਨਾਮ ਲੈ। ਕੌਣ? ਜਿਹੜਾ ਅਨਦਿਨ ਜਿਹੜਾ ਹੈਗਾ ਭਗਤੀ ਕਰਦਾ ਹੈ ਉਹ ਉਸ ਮਾਲਕ ਪਰਮਾਤਮਾ ਨੂੰ, ਉਸ ਮਾਲਕ ਪਰਮਾਤਮਾ ਦੇ ਦਰਸ਼ਨ ਉਹਨੂੰ ਹੋ ਜਾਂਦੇ ਆ। ਹਾਂਜੀ ਵੀਰ ਜੀ। ਸਾਧ ਸੰਗਤ ਜੀ ਦੇਖੋ, ਕੱਲ ਵੀ ਬਾਣੀ 'ਚ ਜੋ ਆਪਾਂ ਵਿਚਾਰ ਕੀਤੀ ਸੀ, ਕੱਲ ਬਾਣੀ 'ਚ ਇਹ ਸਮਝਾਇਆ ਗਿਆ ਵਾ ਕਿ ਪ੍ਰਮਾਤਮਾ ਹਲਤ ਤੇ ਪਲਤ ਦੋਨੇ ਹੀ ਸਵਾਰ ਦਿੰਦਾ। ਠੀਕ ਹੈ, ਜੇ ਕਿਸੇ ਚੀਜ਼ ਦੀ ਆਪਾਂ ਨੂੰ ਲੋੜ ਵੀ ਹੈਗੀ ਆ ਤੇ ਆਪਾਂ ਪ੍ਰਮਾਤਮਾ ਕੋਲ ਮੰਗ ਸਕਦੇ ਹਾਂ। ਇੱਕ ਸੈਕਿੰਡ ਚ ਸਰ। ਹਾਂਜੀ, ਤੇ ਇੱਥੇ ਅੱਜ ਫਿਰ ਦੇਖੋ, ਅੱਜ ਬਾਣੀ ਕੀ ਕਹਿ ਰਹੀ ਹੈ ਕਿ
ਜੇ ਭਗਤੀ ਕਰਨੀ ਹੈ, ਵਾਹ ਕਰਨੀ ਹੈ, ਤੇ ਪ੍ਰਮਾਤਮਾ ਦੀ ਕਰਨੀ ਪੈਣੀ ਹੈ। ਕਿਸੇ ਮੂਰਤੀ ਦੀ ਨਹੀਂ, ਕਿਸੇ ਬੰਦੇ ਦੀ ਨਹੀਂ, ਕਿਸੇ ਬੁੱਢੀ ਦੀ ਨਹੀਂ। ਕਿਉਂਕਿ ਇਨਸਾਨ ਦੀ ਇੱਕ ਬੜੀ ਪ੍ਰੋਬਲਮ ਹੈ, ਇਹ ਹਮੇਸ਼ਾ ਹੀ ਉਹ ਚੀਜ਼ ਦਾ ਨਾਂ ਰੱਖਣਾ ਚਾਹੁੰਦਾ ਹੈ, ਫਿਰ ਉਹਦਾ ਆਕਾਰ ਬਣਾਉਣਾ ਚਾਹੁੰਦਾ ਹੈ, ਤਾਂ ਜੋ ਇਹ ਉਸ ਨੂੰ ਆਪਣੇ ਜੀਵਨ ਦਾ ਇਨਕਮ ਸੋਰਸ ਬਣਾ ਲੇ। ਇਨਸਾਨ ਬਹੁਤ ਖਤਰਨਾਕ ਹੈ। ਇਹ ਰੱਬ ਦਾ ਨਾਂ ਵੇਚ ਦਿੰਦੇ ਨੇ ਲੋਕ। ਅਸਲ 'ਚ ਪ੍ਰਮਾਤਮਾ ਦੇ ਲਈ ਕੋਈ ਧਾਰਮਿਕ ਸਥਾਨ ਨਹੀਂ, ਪ੍ਰਮਾਤਮਾ ਨੂੰ ਧਿਆਉਣ ਵਾਸਤੇ ਕੋਈ ਖਾਸ ਜਗ੍ਹਾ ਨਹੀਂ, ਪ੍ਰਮਾਤਮਾ ਦੀ ਬੰਦਗੀ ਕਰਨ ਵਾਸਤੇ ਕੋਈ ਖਾਸ ਵਿਧੀ ਨਹੀਂ। ਪ੍ਰਮਾਤਮਾ ਨੂੰ ਜਿੰਨੇ ਵੀ ਜਾਣਨਾ ਹੈ, ਬਾਣੀ 'ਚ ਕਿਹਾ ਗਿਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਪ੍ਰੇਮ ਕਰਦਾ ਹੈ ਪ੍ਰਮਾਤਮਾ ਨੂੰ, ਉਹ ਕਿਸੇ ਰੂਪ 'ਚ ਵੀ ਤੁਸੀਂ ਉਧਰ ਤੁਰ ਪੋ, ਆਟੋਮੈਟਿਕਲੀ ਹੀ ਤੁਹਾਡਾ ਮਾਰਗਦਰਸ਼ਨ ਹੋ ਜਾਣਾ। ਜੇ ਤੁਹਾਡੇ ਅੰਦਰ ਇਹ ਇੱਛਾ ਪੈਦਾ ਹੋ ਗਈ ਕਿ ਮੈਂ ਰੱਬ ਦੀ ਭਗਤੀ ਕਰਨੀ ਹੈ, ਭਗਤੀ ਵਾਲਾ ਸਾਧਨ ਪ੍ਰਮਾਤਮਾ ਨੇ ਤੁਹਾਨੂੰ ਆਪੇ ਮਿਲਾ ਦੇਣਾ। ਇਹ ਸੰਗਤ ਜਿੰਨੀ ਵੀ ਹੈਗੀ ਆ, ਖਾਸ ਕਰਕੇ ਮੇਰੇ ਜੋ ਸੰਪਰਕ 'ਚ ਆਈ, ਪਰ ਮੈਂ ਇੱਕ ਚੀਜ਼ ਵੇਖੀ, ਉਹ ਮੈਂ ਬੜਾ ਹੈਰਾਨ ਹੁੰਦਾ, ਬਹੁਤ ਹੈਰਾਨ ਹੁੰਦਾ। ਉਹ ਕਹਿੰਦੇ ਕਿ ਕੋਸ਼ਿਸ਼ ਬਹੁਤ ਕਰ ਰਹੇ ਆ, ਕਿਸੇ ਨੂੰ 50 ਸਾਲ ਹੋ ਗਏ, ਕਿਸੇ ਨੂੰ 40 ਸਾਲ ਹੋ ਗਏ, 30 ਸਾਲ ਹੋ ਗਏ, ਬੜੇ। ਔਰ ਮੈਂ ਹੈਰਾਨ ਹੁੰਦਾ ਕਿ ਸੰਗਤ ਇੰਨੀ ਆਸਾਨੀ ਨਾਲ ਮਿਲਦੀ ਨਹੀਂ। ਪਲੀਜ਼ ਨੋਟ ਕਰਿਓ ਮੇਰੀ ਗੱਲ। ਕਿੰਨੇ ਕਿੰਨੇ ਟਾਈਮ ਦੇ ਲੱਗੇ ਹੋਏ ਨੇ ਲੋਕ। ਮੈਂ ਹੈਰਾਨ ਹੁੰਦਾ ਕਿ ਉਹ ਸੰਗਤ ਹੁਣ ਆ ਕੇ ਕਿਉਂ ਨਸੀਬ ਹੋਈ, ਇੰਨੀ ਵੱਡੀ ਉਮਰ 'ਚ ਜਾ ਕੇ ਕਿਉਂ ਮਿਲੀ। ਆਪ ਜਸਟ ਸੋਚੋ ਕਿ ਕਿੰਨਾ ਔਖਾ ਕੰਮ ਹੈ। ਗਿਆਨ ਕਿਤੇ ਐਵੇਂ ਮਿਲ ਜਾਂਦਾ। ਕਦੋਂ ਦੇ ਤੁਰੇ, 35 ਸਾਲ ਤੋਂ ਪਤਾ ਨਹੀਂ ਕਿੰਨਾ ਉਹਨਾਂ ਨੇ ਜੀਵਨ ਦਾ ਹਿੱਸਾ ਇਧਰ ਇਨਵੈਸਟ ਕੀਤਾ। ਇਹਦਾ ਮਤਲਬ ਮੈਂ ਇਹ ਮਹਿਸੂਸ ਕਰਦਾ ਕਿ ਉਹ ਸੰਗਤ ਬਾਣੀ ਸੱਚੀ ਗੱਲ ਕਹਿ ਰਹੀ ਹੈ ਕਿ ਸੰਗਤ ਐਡੀ ਈਜ਼ੀ ਨਹੀਂ ਆ ਅਵੇਲੇਬਲ, ਕਿਉਂਕਿ ਸੰਗਤ ਮਿਲ ਗਈ ਤੇ ਕੰਮ ਹੋ ਗਿਆ। ਬਾਕੀ ਇੱਛਾ ਤੇ ਅੰਦਰ ਹੈਗੀ ਆ। 3 ਚੀਜ਼ਾਂ ਬਹੁਤ ਜ਼ਰੂਰੀ ਨੇ। ਇੱਕ ਤੁਹਾਡੇ ਕੋਲ ਮਨੁੱਖਾ ਸਰੀਰ ਚਾਹੀਦਾ, ਦੂਜਾ ਤੁਹਾਡੇ ਅੰਦਰ ਇੱਛਾ ਹੋਣੀ ਚਾਹੀਦੀ, ਤੇ ਤੀਜੀ ਸੰਗਤ। ਇਹ ਤਿੰਨੇ ਜਦੋਂ ਮਿਲ ਜਾਂਦੇ ਆ ਤੇ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ, ਬੰਦਾ ਸਾਈਡ ਤੇ ਹੋ ਜਾਂਦਾ। ਜਿਉਂਦੇ ਜੀ ਅਲੱਗ ਹੋ ਜਾਂਦਾ ਬੰਦਾ। ਮਰਨ ਤੋਂ ਬਾਅਦ ਉਹ ਕਿੰਨੇ ਵੇਖਿਆ, ਉਹ ਤੇ ਮਨ ਦੀਆਂ ਕਲਪਨਾਵਾਂ ਨੇ ਕਿ ਉੱਥੋਂ ਆਊਗਾ ਸਤਿਗੁਰੂ ਤੈਨੂੰ ਅੱਗੇ ਖਿੱਚ ਕੇ ਲੈ ਜਾਊਗਾ। ਉਹ ਤੇ ਉਹਨਾਂ ਚੀਜ਼ਾਂ ਤੇ ਪਲੀਜ਼ ਵਿਸ਼ਵਾਸ ਨਾ ਕਰਿਓ। ਇਹ ਜਿੰਨੀ ਵੀ ਬਾਣੀ ਦਾ ਉਚਾਰਨ ਹੋਇਆ, ਉਹਨਾਂ ਬ੍ਰਹਮ ਗਿਆਨੀਆਂ ਨੇ ਉਸ ਜੀਵਨ ਨੂੰ ਪਹਿਲਾਂ ਹੁੰਡਾਇਆ, ਫਿਰ ਉਸਦਾ ਆਨੰਦ ਮਾਣਿਆ, ਪੂਰੀ ਸੰਤੁਸ਼ਟੀ ਹੋ ਗਈ ਹੈ, ਤੇ ਫਿਰ ਉਸ ਅਵਸਥਾ ਨੂੰ ਕਲਮ ਬੰਦ ਕਰ ਦਿੱਤਾ ਕਿ ਬਈ ਆ ਜੋ ਮਾਰਗ, ਇਹ ਕੁਝ ਕਰਨਾ ਹੈ ਤੇ ਆ ਕੁਝ ਨਹੀਂ ਕਰਨਾ। ਕਲੈਰਿਟੀ ਕਰ ਗਏ। ਉਹ ਵੱਖਰੀ ਗੱਲ ਹੈ ਕਿ ਉਹ ਆਪਾਂ ਸਮਝੀਏ ਨਾ ਸਮਝੀਏ, ਸਮਝ ਕੇ ਵੀ ਨਾ ਸਮਝਣ ਦੀ ਕੋਸ਼ਿਸ਼ ਕਰੀਏ, ਉਹ ਸਾਡੀ ਮਰਜ਼ੀ ਹੈ। ਪਰ ਬਾਣੀ 'ਚ ਇਹ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ। ਹੁਣ ਦੇਖੋ ਇੱਥੇ ਕਲੀਅਰਿਟੀ ਨਾਲ ਸਮਝਾ ਰਹੇ ਨੇ ਕਿ ਪਹਿਲੀ ਗੱਲ ਤੇ ਤੁਸੀਂ ਨਿਰੰਕਾਰ ਦੀ ਭਗਤੀ ਕਰਨੀ। ਫਿਰ ਉਹ ਕਹਿੰਦੇ ਆ ਕਿ ਉਸ ਤੋਂ ਵੱਡਾ ਕੋਈ ਹੈ ਨਹੀਂ। ਤੁਸੀਂ ਕਿਸੇ ਸ਼ਿਵ ਜੀ ਦੀ, ਬ੍ਰਹਮੇ ਦੀ, ਵਿਸ਼ਨੂੰ ਦੀ, ਜਾਂ ਕਿਸੇ ਹੋਰ ਗੈਬੀ ਸ਼ਕਤੀ ਦੀ, ਜਾਂ ਆਪਣੇ ਵੀ ਕਿਸੇ ਗੁਰੂ ਦੀ, ਪਲੀਜ਼ ਰਾਈਟ ਮਾਈਂਡ ਨਹੀਂ ਕਰਨਾ। ਮੈਂ ਇੱਕ ਵਾਰੀ ਮੈਨੂੰ ਇੱਥੋਂ ਆਈ ਥਿੰਕ ਅਮਰੀਕਾ ਤੋਂ ਹੀ ਫੋਨ ਆਇਆ ਸੀ। ਉਹ ਕਹਿੰਦੇ ਕਿ ਵੀਰ ਜੀ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਭਗਤੀ ਕਰਦੀ ਹਾਂ, ਮੈਨੂੰ ਉਹਨਾਂ ਦੀ ਫੋਟੋ ਦਿਖਦੀ ਹੈ। ਮੈਂ ਭੈਣ ਜੀ ਬਟ ਮੈਂ ਤੇ ਏਦਾਂ ਦੀ ਕਿਸੇ ਵੀ ਗੱਲ ਦਾ ਕਿਤੇ ਮੇਰੇ ਨਾ ਤੇ ਗੁਰਬਾਣੀ 'ਚ ਜ਼ਿਕਰ ਹੈ ਤੇ ਨਾ ਹੀ ਮੈਂ ਕਹਿਣਾ ਵਾਂ, ਤੇ ਮੈਂ ਉਹ ਤੁਹਾਡੀ ਮਨ ਦੀ ਇੱਕ ਕਲਪਨਾ ਹੈ। ਕਹਿੰਦੇ ਤੁਸੀਂ ਮੇਰਾ ਵਿਸ਼ਵਾਸ ਤੋੜਨ ਦੀ ਕੋਸ਼ਿਸ਼ ਕਰ ਰਹੇ ਜੋ। ਮੈਂ ਇੰਨੀ ਬਾਣੀ ਪੜ੍ਹਦੀ ਹਾਂ, ਮੇਰਾ ਮਨ ਬੜਾ ਸ਼ਾਂਤ ਆ। ਮੈਂ ਮੈਡਮ ਤੁਹਾਡਾ ਮਨ ਸ਼ਾਂਤ ਹੋ ਹੀ ਨਹੀਂ ਸਕਦਾ ਜਦ ਤੱਕ ਤੁਸੀਂ ਪਰਮਾਤਮਾ ਨੂੰ ਜਾਣਿਆ ਹੀ ਨਹੀਂ। ਉਹ ਤੁਸੀਂ ਆਪਣੇ ਆਪ ਨੂੰ ਸਮਝਾ ਲਿਆ ਕਿ ਮੇਰਾ ਮਨ ਸ਼ਾਂਤ ਆ, ਪਰ ਮੈਂ ਮਨ ਤੇ ਜਦ ਤੱਕ ਤੁਹਾਨੂੰ ਨਿਰਗੁਣ ਬ੍ਰਹਮ ਦੀ ਭਗਤੀ ਨਹੀਂ ਕੀਤੀ, ਤੁਸੀਂ ਆਤਮਾ ਤੱਤ ਨੂੰ ਆਪਣੀ ਅੰਤਰ ਦੀ ਅੱਖ ਨਾਲ ਨਹੀਂ ਦੇਖਿਆ, ਉਹਦੇ ਵਿੱਚ ਜੀਵਨ ਨਹੀਂ ਬਤੀਤ ਕੀਤਾ, ਤੁਹਾਨੂੰ ਗਿਆਨ ਕਿੱਥੋਂ ਪ੍ਰਾਪਤ ਹੋ ਜੂ। ਪੜ੍ਹਿਆ ਤੇ ਗਿਆਨ ਹੈ ਹੀ ਨਹੀਂ ਹੈ। ਮੈਂ ਬਾਣੀ 'ਚ ਤੇ ਗਿਆਨ ਹੈ ਨਹੀਂ, ਇਹ ਤੇ ਅਨੁਭਵ ਦਾ ਵਿਸ਼ਾ। ਜੇ ਪੜ੍ਹਿਆ ਗਿਆਨ ਹੁੰਦਾ ਤੇ ਮੈਂ ਇੰਨੇ ਕਾਲਜ, ਇੰਨੀਆਂ PhD ਕੀਤੀਆਂ ਨੇ। ਇਹ ਜਿੰਨੇ ਆਪਾਂ ਤੇ ਚਲੋ ਆਪਣੇ ਪੰਜਾਬੀ ਵੀ ਪੜ੍ਹਦੇ ਨੇ, ਆੜੇ ਹਿੰਦੂਆਂ ਦੇ ਇੰਨੇ ਗ੍ਰੰਥ ਆ, ਇਹਨਾਂ ਦੇ ਤੇ ਬੜੀਆਂ ਵੱਡੀਆਂ ਫਿਲਾਸਫੀ ਦੀਆਂ ਯੂਨੀਵਰਸਿਟੀਆਂ ਨੇ। ਇਹ ਫਿਰ ਬ੍ਰਹਮ ਗਿਆਨੀ ਕਿਉਂ ਨਹੀਂ ਬਣ ਗਏ?
ਤੇ ਉਹ ਨਹੀਂ ਕਹਿੰਦੀ ਵੀਰ ਜੀ ਨਹੀਂ ਮੈਂ ਨਹੀਂ ਕੰਟੀਨਿਊ ਕਰ ਸਕਦੀ ਤੁਹਾਡੇ ਨਾਲ ਗੱਲ, ਕਿਉਂਕਿ ਮੇਰਾ ਵਿਸ਼ਵਾਸ ਟੁੱਟਦਾ। ਮੈਂ ਕਿਹਾ ਜੇ ਮੇਰੀਆਂ ਗੱਲਾਂ ਨੇ ਤੁਹਾਡਾ ਵਿਸ਼ਵਾਸ ਤੋੜ ਦਿੱਤਾ ਤੇ ਫਿਰ ਮੈਂ ਉਹ ਵਿਸ਼ਵਾਸ ਹੈ ਹੀ ਨਹੀਂ ਆ। ਮੇਰੀਆਂ ਗੱਲਾਂ ਨਾਲ ਨਿੱਜਰ ਸਾਹਿਬ ਥੋੜੀ ਤੁਹਾਡਾ ਵਿਸ਼ਵਾਸ ਟੁੱਟਣਾ ਚਾਹੀਦਾ। ਬਿਲਕੁਲ ਨਹੀਂ। ਉਹ ਕਿਹੜਾ ਗਿਆਨ ਹੋਇਆ ਹੈ? ਉਹ ਕਾਹਦਾ ਪਿਆਰ ਹੋਇਆ, ਕਾਹਦਾ ਪਿਆਰ। ਉਹ ਕਹਿੰਦੀ ਸ਼ਰਧਾ ਘਟ ਜਾਂਦੀ ਤੁਹਾਡੀਆਂ ਗੱਲਾਂ ਸੁਣ ਕੇ। ਮੈਂ ਉਹ ਤੁਹਾਡੀ ਮਰਜ਼ੀ ਹੈ, ਇਹਦੇ ਵਿੱਚ ਮੈਂ ਇੱਥੇ ਕੋਈ ਫੇਵਰ ਤੇ ਹੈ ਨਹੀਂ। ਮੈਂ ਇਹ ਆ ਡਾਕਟਰ ਕਹਿੰਦਾ ਆ ਕੇ ਕਿ ਵੀ ਆ ਤੇਰੇ ਸਰੀਰ 'ਚ ਨੁਕਸ ਆ, ਤੇ ਜੇ ਤੁਹਾਨੂੰ ਨਹੀਂ ਸੱਚ ਦੱਸਣ ਦਿਆ ਉਹ ਫਿਰ ਡਾਕਟਰ ਨਹੀਂ ਹੈ। ਜਦੋਂ ਡਾਇਗਨੋਸ ਕਰੋ, ਮਸ਼ੀਨ 'ਚ ਪਾਓ, ਦੱਸੇ ਨਾ ਤੁਹਾਨੂੰ ਕੀ ਆ ਤੁਹਾਡੇ 'ਚ ਸਰੀਰ 'ਚ ਆ ਪ੍ਰੋਬਲਮ ਹੈਗੀ ਆ, ਇੱਥੇ ਬਲੋਕੇਜ ਹੈਗੀ ਆ, ਫਿਰ ਤੇ ਆਪਾਂ ਐਕਸਰਸਾਈਜ਼ ਕਰਾਂਗੇ, ਦਵਾਈ ਖਾਵਾਂਗੇ ਜਾਂ ਕੋਈ ਹੋਰ ਤਰੀਕਾ ਲੱਭਾਂਗੇ। ਤੇ ਜੇ ਕੋਈ ਕਹੇ ਕਿ ਤੁਹਾਡੀ ਬਿਮਾਰੀ ਬੜੀ ਵਧੀਆ ਹੈ, ਤੁਸੀਂ ਤੰਦਰੁਸਤ ਹੈਗੇ ਜੋ, ਤੇ ਫਿਰ ਉਹ ਤੇ ਗੜਬੜ ਹੈ ਨਾ ਮਸ਼ੀਨ 'ਚ। ਮਸ਼ੀਨ ਦਾ ਕੰਮ ਹੀ ਉਹ। ਠੀਕ ਹੈ ਜੀ। ਇੱਥੇ ਦੇਖੋ ਪਲੀਜ਼ ਆਪ ਧਿਆਨ ਦਿਆ ਕਰੋ, ਇੱਥੇ ਬਾਣੀ 'ਚ ਕਿਸੇ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈਗੀ ਜੀ। ਹਾਂਜੀ ਵੀਰ ਜੀ। ਹਾਂਜੀ ਕੁਝ ਕਹਿਣਾ? ਇਹ 10ਵੇਂ ਗੁਰਦੇਵ ਨੇ ਨਾ ਜੀ ਤੁਹਾਡੀ ਇਸ ਗੱਲ ਦੇ ਉੱਤੇ ਮੋਹਰ ਲਾਈ ਹੋ ਆ ਪਹਿਲਾਂ ਹੀ, ਕਿ ਪਰਮੇਸ਼ਰ ਕਰਕੇ ਮੈਨੂੰ ਜਿਹੜੇ ਵੀ ਉਚਰਨਗੇ ਉਹ ਨਰਕਾਂ ਦੇ ਕੁੰਡ ਦੇ ਵਿੱਚ ਜਾਣਗੇ। ਇਹ ਗੁਰੂਦੇਵ ਮੇਰੇ ਪਾਤਸ਼ਾਹ 10ਵੇਂ ਪਾਤਸ਼ਾਹ ਕਹਿ ਕੇ ਗਏ ਆ। जो हमको परमेश्वर उचरे ते सब नरक कुंड में पर हैं। ਹਾਂ, ਉਹਨਾਂ ਨੂੰ ਲਿਖਣਾ ਹੀ ਪਿਆ। ਮੈਨੂੰ ਲੱਗਦਾ ਉਦੋਂ ਵੀ ਕੰਮ ਸ਼ੁਰੂ ਹੋ ਗਿਆ ਸੀ। ਬਿਲਕੁਲ। ਉਹਨਾਂ ਨੇ ਫਿਰ ਲਿਖ ਦਿੱਤਾ ਕਿ ਕਮ ਸੇ ਕਮ ਮੇਰੀ ਪੂਜਾ ਤਾਂ ਨਾ ਕਰ ਦਿਓ, ਪਰ ਉਹ ਜਿੰਨਾ ਕਹਿ ਕੇ ਗਏ ਉਨੀ ਜ਼ਿਆਦਾ ਪੂਜਾ ਹੁੰਦੀ ਹੈ। ਉਨੀ ਜ਼ਿਆਦਾ ਬਿਲਕੁਲ। ਮਹਾਤਮਾ ਬੁੱਧ ਨੇ ਕਹਿਤਾ ਜਾਣ ਲੱਗਿਆ ਕਿ ਮੇਰੀ ਕੋਈ ਮੂਰਤੀ ਨਾ ਬਣਾਇਓ। ਹੁਣ ਦੁਨੀਆ ਦੇ ਵਿੱਚ ਜਿੰਨੀ ਮਹਾਤਮਾ ਬੁੱਧ ਦੀ ਮੂਰਤੀ ਹੈਗੀ ਹੋਰ ਕਿਸੇ ਦੀ ਹੈ ਹੀ ਨਹੀਂ। ਬਿਲਕੁਲ। ਇਹ ਇਨਸਾਨ ਹੀ ਏਦਾਂ ਦੇ, ਕਿਉਂਕਿ ਮੂਰਤੀ ਦੀ ਪੂਜਾ ਕਰਨੀ ਬੜੀ ਆਸਾਨ ਹੈ। 100-150 ਦੀ 200 ਦੀ ਲੈ ਆਓ, ਕੋਈ ਮੇਰੇ ਵਰਗਾ ਮਿੱਟੀ ਦੀ ਖਰੀਦ ਲੈ ਆਵੇ, ਕੋਈ ਸੀਮੈਂਟ ਦੀ ਲੈ ਆਵੇ, ਮੂਰਤੀ ਦੀ ਪੂਜਾ ਕਰਨੀ ਆਸਾਨ ਹੈ। ਗੁਰੂ ਸਾਹਿਬ ਮਨਜੀਤ ਕੌਰ ਜੀ ਤੁਹਾਡਾ ਮਾਈਕ ਔਨ ਹੋ ਗਿਆ। ਹਾਂਜੀ। ਮੂਰਤੀ ਦੀ ਪੂਜਾ ਕਰਨੀ ਆਸਾਨ ਹੈ ਗੁਰੂ ਸਾਹਿਬ। ਮੂਰਤੀ ਜਿਹੜੀ ਹੈਗੀ ਆ, ਮੂਰਤੀ ਚੋਂ ਜਿਹੜੀ ਹੈ ਕਿ ਮਾਇਆ ਨਿਕਲਦੀ ਹੈ, ਮੂਰਤੀ ਚੋਂ ਚੜਾਵਾ ਆਉਂਦਾ ਹੈ ਮੂਰਤੀ ਦੇ ਨਾਲ। ਨਿੱਜਰ ਸਾਹਿਬ ਮੈਂ ਹਿਸਾਬ ਲਾਇਆ ਅੰਮ੍ਰਿਤਸਰ ਦੇ ਵਿੱਚ ਇੰਨੇ ਧਾਰਮਿਕ ਸਥਾਨ ਆ, ਮੈਂ ਸਿੱਖ ਪੰਜਾਬੀ ਜਾਂ ਕਿਸੇ ਦਾ ਨਾਂ ਨਹੀਂ ਲਵਾਂਗਾ, ਕਿੰਨੀ ਦੁਨੀਆ ਇਸੇ ਕੰਮ ਤੇ ਰੋਟੀ ਖਾਂਦੀ ਹੈ। ਬਿਲਕੁਲ ਇਹੀ ਕੋਸ਼ਿਸ਼ ਆ। ਦੇਖ ਲਓ ਕਿਤੇ ਮਰਜੀ ਦੇਖ ਲਓ, ਕੋਈ ਜਗ੍ਹਾ ਘੇਰਨੀ ਹੋਏ ਸਭ ਤੋਂ ਪਹਿਲਾਂ ਉੱਥੇ ਮਾੜੀ ਜੀ ਮੂਰਤੀ ਬਣਾ ਦਿਓ, ਫਿਰ ਜਿਹੜਾ ਲੰਗਰ ਲਵਾ ਦਿਓ, ਬਸ 2-4 ਦਿਨ 6 ਮਹੀਨੇ ਬਾਅਦ ਬਸ ਉੱਥੇ ਜਿਹੜਾ ਬਣ ਗਿਆ ਉਹ ਮੰਦਿਰ ਬਣ ਜੂਗਾ, ਉਹ ਗੁਰਦੁਆਰਾ ਬਣਾ ਲਓ, ਚਾਹੇ ਜੋ ਮਰਜੀ ਕਰ ਲਓ, ਉਹ ਜਗ੍ਹਾ ਤੇ ਉਹ ਬਣ ਜਾਂਦੀ ਹੈ, ਫਿਰ ਉਹਨੂੰ ਕੋਈ ਢਾਉਂਦਾ ਵੀ ਨਹੀਂ ਹੈ। ਹਾਂ, ਇੱਥੇ ਅੰਮ੍ਰਿਤਸਰ ਦੇ ਵਿੱਚ ਇੰਨੇ ਗੁਰਦੁਆਰੇ, ਇੰਨੇ ਮੰਦਿਰ, ਇੰਨੀਆਂ ਮਸਜਿਦਾਂ, ਹੋਰ ਵੀ ਬਥੇਰੇ ਮੰਦਿਰ ਹੈਗੇ ਆ। ਤੇ ਜੇ ਲੋਕਾਂ ਦਾ ਜੀਵਨ ਵੇਖੋ, ਬਹੁਤ ਕਰਪਟ ਲੋਕ ਹੈਗੇ ਨੇ ਇੱਥੇ, ਬੇਈਮਾਨ ਲੋਕ, ਆਪਣੀ ਡਿਊਟੀ ਨਹੀਂ ਕਰਦੇ। ਬਿਲਕੁਲ। ਤੇ ਇਹਦਾ ਮਤਲਬ ਕਿ ਜੇ ਧਾਰਮਿਕ ਸਥਾਨਾਂ ਦੇ ਵਿੱਚ ਜਾਣ ਦੇ ਨਾਲ ਅਗਿਆਨ ਭਰਮ ਖਤਮ ਹੋ ਜਾਂਦਾ ਤੇ ਨਿੱਜਰ ਸਾਹਿਬ ਸਾਰੇ ਬ੍ਰਹਮ ਗਿਆਨੀ ਹੋਣੇ ਸੀ ਅੰਮ੍ਰਿਤਸਰ ਚ। ਪਰ ਬ੍ਰਹਮ ਗਿਆਨੀ ਤੇ ਇੱਥੇ ਹੈ ਕੋਈ ਨਾ। ਠੀਕ ਹੈ ਜੀ। ਬਿਲਕੁਲ। ਹਾਂ ਪਲੀਜ਼ ਧਿਆਨ ਦਿਆ ਕਰੋ। ਗੁਰਕੀ ਸਾਹਿਬ, ਜਿੱਦਾਂ ਤੁਸੀਂ ਕਹਿੰਦੇ ਆ ਸਾਡੇ ਇੰਡੀਆ ਵਿੱਚ ਇੰਨੇ ਮੰਦਿਰ ਹੈਗੇ ਆ, ਧਾਰਮਿਕ ਸਥਾਨ, ਗੁਰਦੁਆਰੇ ਹੈਗੇ ਆ, ਮਸਜਿਦਾਂ ਹੈਗੀਆਂ। ਇੱਧਰ ਵੈਸਟਰਨ ਵਰਲਡ 'ਚ ਦੇਖ ਲਓ, ਕਿਤੇ ਚਰਚ ਹੈਗੇ ਆ, ਪਰ ਇਹ ਬੰਦੇ ਦਿਲੋਂ ਸੱਚੇ ਹੈਗੇ ਆ। ਇਹ ਉਹ ਕੰਮ ਨਹੀਂ ਕਰਦੇ ਜੋ ਸਾਡੇ ਹਿੰਦੁਸਤਾਨ ਦੇ ਬੰਦੇ ਕਰਦੇ ਆ। ਉਹ ਪਤਾ ਕੀ ਹੈ, ਤਾਈਓ ਤਾਂ ਬ੍ਰਹਮ ਗਿਆਨੀ ਇੰਡੀਆ 'ਚ ਜ਼ਿਆਦਾ ਹੋਏ ਆ। ਇਹਨਾਂ ਦਾ ਇੱਕ ਨੇ ਕੰਮ ਸਾਰ ਦਿੱਤਾ ਸੀ। ਹੈਂ, ਉਹ ਜਿੰਨੀ ਉਹ ਜਿੱਥੇ ਸਰਫ ਵੀ ਜ਼ਿਆਦਾ ਸਪਲਾਈ ਹੋਈ ਆ, ਜਿੱਥੇ ਗੰਦਗੀ ਜ਼ਿਆਦਾ। ਵੈਸੇ ਕੋਈ ਗੱਲ ਨਹੀਂ ਆ, ਪ੍ਰਕਿਰਤੀ ਏਦਾਂ ਹੀ ਚੱਲਦੀ ਆ। ਉਹ ਅਸਲ 'ਚ ਨਾ ਥੋੜਾ ਜਿਹਾ ਇਹ ਜਿਹੜੇ ਪ੍ਰਚਾਰਕ ਹੁੰਦੇ ਨਾ, ਉਹਨਾਂ ਦੇ ਆਪਣੇ ਵਿਚਾਰਿਆਂ ਦੇ ਪੱਲੇ ਨਹੀਂ ਕੁਛ ਹੁੰਦਾ, ਸੱਚ ਨਹੀਂ ਉਹਨਾਂ ਕੋਲ ਹੁੰਦਾ, ਇਸ ਕਰਕੇ ਉਹ ਬੋਲਦੇ ਵੀ ਆ ਤੇ ਫਿਰ ਅਗਲਿਆਂ ਤੇ ਅਸਰ ਹੀ ਨਹੀਂ ਨਾ ਹੁੰਦਾ। ਨਿੱਜਰ ਸਾਹਿਬ ਬਾਣੀ ਤੇ ਕਹਿੰਦੀ ਆਵਰ ਉਪਦੇਸ਼ੇ ਆਪ ਨਾ ਕਰੇ, ਆਵਦ ਜਾਵਤ ਜਨਮੇ ਮਰੇ। ਪਰ ਜਿਹੜੀ ਚੀਜ਼ ਤੇਰੇ ਕੋਲ ਹੈ ਨਹੀਂ ਆ, ਤੂੰ ਉਹਦਾ ਪ੍ਰਚਾਰ ਵੀ ਕਰੇਗਾ, ਉਹਦਾ ਇੰਪੈਕਟ ਨਹੀਂ ਪੈਣਾ। ਨਿੱਜਰ ਸਾਹਿਬ ਬੈਂਕ 'ਚ ਹੁਣ ਮੈਂ ਤੁਹਾਨੂੰ ਚੈੱਕ ਦਿੱਤਾ ਰੁਪਈਆ 100-200 ਤੇ ਮੇਰੇ ਬੈਂਕ 'ਚ ਅਕਾਊਂਟ 'ਚ ਚਾਹੀਦਾ ਨਾ। ਬਿਲਕੁਲ ਚਾਹੀਦਾ ਜੀ, ਜੇ ਬਿਲਕੁਲ ਚਾਹੀਦਾ, ਉਸ ਤੋਂ ਵੱਧ ਚਾਹੀਦਾ ਤਾਂ ਹੀ ਉਹਨੇ ਕੁ ਮਿਲ ਸਕਦੇ ਆਪਾਂ ਨੂੰ। ਹਾਂ, ਤੇ ਜੇ ਮੈਂ ਇੱਥੇ ਚੈੱਕ ਕੱਟ ਕੇ ਦੇਈ ਜਾਵਾਂ ਹੋਏ ਮੇਰਾ 0 ਬੈਲੈਂਸ, ਉਹ ਤੇ ਫਿਰ ਤੇ ਫੀਲਿੰਗ ਹੈ, ਫੀਲਿੰਗ ਲੈ ਲਓ, ਚੈੱਕ ਲੈ ਜਾਓ, ਪਰ ਉਹ 'ਚ ਪੈਸਾ ਨਹੀਂ ਹੈ। ਦੈਟ ਇਜ਼ ਨਾਟ ਯੂਜ਼ਫੁਲ।
ਠੀਕ ਹੈ ਜੀ। ਆਪਾਂ ਦੇਖੀਏ, ਸਭ ਤੋਂ ਪਹਿਲਾਂ ਬਾਣੀ ਚ ਕਹਿਤਾ ਹੈ ਪਹਿਲੀ ਗੱਲ ਕਿ ਨਿਰੰਕਾਰ ਦੀ ਭਗਤੀ ਕਰਨੀ ਆ, ਵਾਹ ਵੀ ਉਹਦੀ ਕਰਨੀ ਆ। ਉਹਦੇ ਬਰੋਬਰ ਦੀ ਹੋਰ ਕੋਈ ਚੀਜ਼ ਨਹੀਂ ਹੈ ਭਾਈ, ਹੋਰ ਕੋਈ ਭਗਤੀ ਨਹੀਂ ਹੈ। ਔਰ ਨਿਰੰਕਾਰ ਦੇ ਬਰੋਬਰ ਦਾ ਹੋਰ ਕੋਈ ਬੰਦਾ ਨਹੀਂ, ਹੋਰ ਕੋਈ ਬੰਦਾ ਨਹੀਂ ਨਿਰੰਕਾਰ ਦੇ ਬਰੋਬਰ ਦਾ ਹੋਰ ਕੋਈ ਹੈ ਹੀ ਨਹੀਂ ਹੈ ਦੁਨੀਆ 'ਚ, ਹੈ ਹੀ ਨਹੀਂ ਹੈ। ਤੇ ਨਾ ਕਿਹਦੀ ਕਰਨੀ ਆ, ਕਲੀਅਰ ਕਰਤਾ ਜੇ। ਬਿਲਕੁਲ। ਪਰ ਇੰਨੀ ਹਿੰਮਤ ਕਿਸੇ 'ਚ ਹੈ ਨਹੀਂ ਜੇ। ਇਹ ਬਾਣੀ 'ਚ ਲਿਖੀ ਆ। ਤੇ ਇੱਥੇ ਜਿਹੜੇ ਆਪਣੇ ਖਾਸ ਕਰਕੇ ਪੰਜਾਬੀ ਜਾਂਦੇ ਨੇ, ਕਹਿੰਦੇ ਨਿਰੰਕਾਰ ਨੂੰ ਮੱਥਾ ਨਹੀਂ ਟੇਕਦੇ। ਕੋਈ ਗੁਰੂ ਨਾਨਕ ਨੂੰ ਮੱਥਾ ਟੇਕ ਰਿਹਾ, ਗੁਰੂ ਰਾਮਦਾਸ ਨੂੰ ਟੇਕ ਰਿਹਾ, ਗੁਰੂ ਅਰਜਨ ਦੇਵ ਨੂੰ ਟੇਕ ਰਿਹਾ, ਕੋਈ ਪਰਮਾਤਮਾ ਨੂੰ ਮੱਥਾ ਨਹੀਂ ਟੇਕ ਰਿਹਾ। ਬਹੁਤ ਵੱਡੀ ਪ੍ਰੋਬਲਮ ਹੈ, ਇੱਥੇ ਤੇ ਗੜਬੜ ਹੋ ਰਹੀ ਹੈ। ਇਸ ਕਰਕੇ ਮਾਈਂਡਿੰਗ ਕਰਨਾ, ਬਾਕੀ ਆਪੋ ਆਪਣੀ ਮਰਜ਼ੀ ਹੈ। ਵੀ ਇਹ ਬਾਣੀ 'ਚ ਤੇ ਆ ਲਿਖਿਆ ਜੀ, ਇਹ ਤੇ ਅਸੀਂ ਤੇ ਕੁਛ ਨਹੀਂ ਜੋੜਿਆ ਇਹਦੇ 'ਚ। ਫਿਰ ਅਗਲੇ ਬੰਨੇ ਇਹ ਕਹਿ ਰਹੇ ਵਾਹ ਵਾਹ ਅਗਮ ਅਥਾਹ ਹੈ, ਵਾਹ ਵਾਹ ਸੱਚਾ ਸੋਏ। ਬਈ ਉਹ ਮਾਲਕ ਪਰਮਾਤਮਾ ਜਿਹੜਾ ਅਗੰਮ ਹੈ ਔਰ ਅਥਾਹ ਹੈ, ਉਹੀ ਹੈ ਵਾਹ ਵਾਹ ਕਰਨ ਦੇ ਲਾਇਕ ਭਾਈ, ਉਹੀ ਸੱਚਾ ਹੈਗਾ, ਉਹਦੀ ਵਾਹ ਵਾਹ ਕਰਨੀ ਚਾਹੀਦੀ ਹੈ। ਕਿਸੇ ਦੀ ਨਹੀਂ ਵਾਹ ਵਾਹ ਕਰ ਸਕਦੇ ਤੁਸੀਂ। ਉਹ ਵੇਖੋ ਕਲੈਰਿਟੀ ਹੈ, ਕਨਫਿਊਜ਼ਨ ਨੋ। ਤੀਜੀ ਪਾਤਸ਼ਾਹ ਲਿਖ ਗਏ ਨੇ, ਉਹ ਕਹਿੰਦੇ ਨਾ ਨਾ ਉਹਦੀ ਭਗਤੀ ਕਰਨੀ ਆ ਜਿਹੜਾ ਅਗੰਮ ਹੈ ਤੇ ਅਥਾਹ ਹੈ। ਜਿਹੜਾ ਸੱਚਾ ਹੈਗਾ, ਜਿਹਦੀ ਸੋਭਾ ਸੱਚੀ ਆ। ਹਾਂ, ਐਵੇਂ ਨਾ ਤੁਸੀਂ ਉਹ ਸੋਚੋ ਕਿ ਕਿਸੇ ਵੀ ਬੱਸ ਤੇ ਬਹਿ ਜਾਓ ਜੀ ਦਿੱਲੀ ਪਹੁੰਚ ਜਾਗੇ। ਉਹ ਕਹਿੰਦੇ ਨਹੀਂ, ਦਿੱਲੀ ਵਾਲੀ ਬੱਸ ਇੱਕੋ ਜਾਂਦੀ, ਉੱਥੇ ਹੀ ਬਹਿਣਾ ਪੈਣਾ ਵਾ, ਅਦਰਵਾਈਜ਼ ਯੂ ਕੈਨੋਟ ਗੋ ਦੇਅਰ। ਸਹੀ ਹੈ ਨਾ ਜੱਜ ਸਾਹਿਬ? ਇਹ ਹੋ ਗਿਆ ਬਿਲਕੁਲ ਇਹੀ ਕੁਝ ਕਿਹਾ ਹੈ ਜੀ। ਔਰ ਦੂਸਰੀ ਅਗਲੀ ਗੱਲ ਤੇ ਹੋਰ ਤਕੀਦ ਕਰ ਰਹੇ, ਕਹਿੰਦੇ ਹੋਰ ਦੱਸ ਦੇਣਾ ਹੈ ਵੀ ਪਰ ਬੰਦਗੀ ਉਹਦੀ ਕਰਨੀ ਹੈ ਜਿਹੜਾ ਬੇਪਰਵਾਹ ਹੈ, ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕਿਸੇ ਤੇ ਡਿਪੈਂਡੈਂਟ ਨਹੀਂ ਹੈਗਾ। ਵਾਹ ਵਾਹ ਬੇਪਰਵਾਹ ਹੈ, ਮਤਲਬ ਸਿਫਤ ਦੇ ਲਾਇਕ ਉਹ ਮਾਲਕ ਪਰਮਾਤਮਾ ਜਿਹੜਾ ਬੇਪਰਵਾਹ ਉਹੀ ਹੈਗਾ। ਹੋਰ ਦੱਸ ਦੇਣਾ ਹੈ, ਕਹਿੰਦੇ ਵਾਹ ਵਾਹ ਕਰੇ ਸੋ ਹੋਏ, ਜੋ ਮਾਲਕ ਚਾਹੁੰਦਾ ਹੈ ਉਹੀ ਹੁੰਦਾ ਹੈ, ਉਹਦੀ ਸਿਫਤ ਸਲਾਹ ਕਰਨੀ ਆ। ਹੁਣ ਇਸ ਤੋਂ ਉੱਪਰ ਕੀ ਦੱਸਣ ਮਹਾਰਾਜ। ਉਹ ਕਹਿੰਦੇ ਆ ਕਿ ਇਹ ਕਿਹਦੀ ਵਾਹ ਵਾਹ ਕਰਨੀ ਹੈ? ਕਹਿੰਦੇ ਭਗਤੀ ਉਹਦੀ ਕਰਨੀ ਹੈ ਜਿਹੜਾ ਬੇਪਰਵਾਹ ਵਾ, ਹਾਂ, ਜਿਹੜਾ ਬਾਦਸ਼ਾਹ ਹੈ। ਬਿਲਕੁਲ। ਜਿਹੜੀਆਂ ਦਾ ਬਾਦਸ਼ਾਹ ਸੁਣਦਾ ਪਿਆ ਆਪਣੀਆਂ ਗੱਲਾਂ, ਬੜਾ ਖੁਸ਼ ਹੋ ਰਿਹਾ ਵੀ। ਉਹ ਕਹਿੰਦੇ ਕਿ ਉਹਦੀ ਵਾਹ ਵਾਹ ਕਰਨੀ ਹੈ ਭਗਤੀ, ਔਰ ਤੋਂ ਬਿਨਾਂ ਕਿਸੇ ਦੀ ਨਹੀਂ ਕਰਨੀ, ਕਿਸੇ ਨਰ ਦੀ, ਕਿਸੇ ਨਾਰੀ ਦੀ। ਅਜੇ ਤੱਕ ਲੋਕੀ ਕਹਿ ਦਿੰਦੇ ਆ ਪਰਮੇਸ਼ਰ ਹੈ, ਬੰਦਾ ਹੈ ਕਿ ਬੁੱਢੀ। ਇਹ ਵੀ ਪਰਮਾਤਮਾ ਤੇ ਇਹ ਧਾਰਨਾ ਵੀ ਲਾਗੂ ਨਹੀਂ ਜੇ ਹੁੰਦੀ। ਕੁਛ ਨਹੀਂ ਦੱਸ ਸਕਿਆ ਨਜਰ ਸਾਹਿਬ ਉਹ ਕੀ ਹੈ, ਉਹ ਨਰ ਆ ਜਾਂ ਨਾਰੀ ਆ, ਨਹੀਂ ਪਤਾ। ਉਹ ਆਪਾਂ ਕਹਿ ਦਿੰਦੇ ਆ ਪੁਰਸ਼ ਆ, ਕਿਉਂਕਿ ਇਸਤਰੀ ਕਿਹਾ ਬੰਦੇ ਨੂੰ ਗ੍ਰੰਥ ਕੋਲ ਤੇ ਬੰਦਿਆਂ ਨੇ ਲਿਖੇ ਆ ਨਾ, ਇਹ ਕਰਕੇ ਕਹਿੰਦੇ ਉਹ ਪੁਰਸ਼ ਹੈਗਾ। ਪਰ ਪੁਰਸ਼ ਹੈ ਕਿ ਕੀਤਾ ਕੀ ਆ, ਉਹ ਪੁਰਸ਼ ਨਹੀਂ ਹੈਗਾ, ਉਹ ਵੱਖਰੀ ਸ਼ਕਤੀ ਹੈ। ਨਜਰ ਸਾਹਿਬ ਗੋਰਕੀ ਸਾਹਿਬ, ਮਾਲਕ ਦੇ ਵਿੱਚ ਕਾਮ ਤਾਂ ਹੈ ਹੀ ਨਹੀਂ ਹੈ, ਪੁਰਸ਼ ਨਾਰੀ ਕਿਵੇਂ ਹੋ ਸਕਦਾ ਉਹ? ਪਰ ਬੰਦਾ ਬੜਾ ਤੇਜ਼ ਆ, ਉਹ ਕਹਿੰਦਾ ਉਹਨੂੰ ਪੁਰਸ਼ ਆ, ਪੁਰਸ਼ ਕਹਿ ਦੋ। ਥੋੜਾ ਜਿਹਾ ਸ੍ਰੇਸ਼ਟ ਕਰ ਦਿੰਦੇ ਆ ਨਾ, ਅਲਫਾ ਮੇਲ। ਤੇ ਉਹ ਬੰਦੇ ਨੇ ਲਿਖੇ ਗ੍ਰੰਥ, ਉਹ ਕਹਿੰਦਾ ਲਿਖ ਦੋ ਜੀ ਇਹ ਪਰਮਾਤਮਾ ਪੁਰਸ਼ ਹੈਗਾ। ਠੀਕ ਹੈ ਜੀ, ਇਹ ਵੀ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਉਹਦੇ ਬਾਰੇ ਕੋਈ ਦੱਸ ਨਹੀਂ ਸਕਦਾ। ਉੱਥੇ ਸਮਾਧੀ ਚ ਜਦੋਂ ਮੈਂ ਜਾਣਾ ਨਾ, ਤੁਸੀਂ ਸਾਰੇ ਜਾਂਦੇ ਜੋ, ਉੱਥੇ ਉਹ ਤੇ ਸ਼ਕਤੀ ਬੈਠੀ ਹੈ, ਸੁਨ ਸਮਾਧੀ ਪਾਵਰ ਹੈ ਬਸ, ਉਹ ਇਕੱਲਾ ਹੀ ਬੈਠਾ। ਬਿਲਕੁਲ। ਹੁਣ ਉਹ ਤੁਸੀਂ ਕਿੱਦਾਂ ਕਹਿ ਦੋ ਕਿ ਪੁਰਸ਼ ਹੈ? ਇਹ ਪੁਰਸ਼ ਨਾਰੀ ਦਾ ਜਿਹੜਾ ਸਬਜੈਕਟ ਹੈਗਾ, ਇਹ ਪ੍ਰਕਿਰਤੀ ਚ ਹੈਗਾ, ਪਰਮਾਤਮਾ ਦੇ ਲੈਵਲ ਤੇ ਇਹ ਨਹੀਂ ਹੈਗਾ। ਉਹ ਇੱਕ ਸ਼ਕਤੀ ਹੈ ਬਸ। ਇਸੇ ਕਰਕੇ ਉਹਨੂੰ ਕਹਿ ਦਿੰਦੇ ਆ ਉਹ ਤੂੰ ਮੇਰਾ ਪਿਤਾ, ਤੂੰ ਮੇਰਾ ਮਾਤਾ। ਉਹ ਮਿਕਸ ਹੀ ਕਰ ਦਿੱਤਾ ਉਹਨਾਂ ਨੇ। ਬਿਲਕੁਲ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰੇ ਜੀਵ ਪ੍ਰਾਣ ਸੁਖ ਦਾਤਾ। ਉਹ ਸਭ ਕੁਝ ਕਹਿੰਦੇ ਮਾਂ ਵੀ ਆ, ਤੂੰ ਪਿਓ ਵੀ ਆ। ਉਹ ਇਹ ਨਹੀਂ ਕਹਿੰਦੇ ਕਿ ਮੈਂ ਤੈਨੂੰ ਕੱਲਾ ਪਿਓ ਹੀ ਕਹਿਦਾ, ਫਿਰ ਮਾਂ ਕਿੱਥੋਂ ਲਿਆਓਗੇ? ਉਹ ਕਹਿੰਦੇ ਇਕੱਠਾ ਹੀ ਆ, ਮਤਲਬ ਤੂੰ ਆ। ਠੀਕ ਹੈ ਜੀ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਾਹਿਬ ਮੈਂ ਉਸਕਾ ਚਿਹਰਾ, ਉਹ ਸਾਹਿਬ ਕਹੀ ਜਾਂਦੇ, ਆਪਣੇ ਆਪ ਨੂੰ ਗੁਲਾਮ ਕਹੀ ਜਾਂਦੇ ਆ। ਦੇਖੋ ਇਹ ਇੱਕ ਪਿਆਰ ਚ ਭਿੱਜੇ ਹੋਏ ਸ਼ਬਦ ਨੇ, ਜਿਹਨੂੰ ਆਪਾਂ ਸ਼ਬਦਾਂ ਚ ਉਚਾਰਨ ਕਰਦੇ ਹਾਂ। ਅਦਰਵਾਈਜ਼ ਉਹ ਅਕਾਲ ਪੁਰਖ ਹੈ, ਜਿਹੜਾ ਕਿਸੇ ਕਾਲ ਚ ਨਹੀਂ, ਐਸਾ ਪੁਰਖ ਹੈ ਬਸ। ਪੁਰਖ ਕੁਛ ਵੀ, ਉਹ ਜੈਂਡਰ ਦਾ ਕੋਈ ਹੈ ਹੀ ਨਹੀਂ, ਅਸੀਂ ਸਾਰੀ ਇਸਤਰੀਆਂ, ਇੱਕੋ ਹੀ ਪੁਰਖ ਹੈ। ਉਹ ਤੇ ਇੱਕ ਲੈਂਗੁਏਜ ਦੇ, ਸੁਖਵਿੰਦਰ ਸਾਹਿਬ, ਜੇ ਲੈਂਗੁਏਜ ਦੇ ਭਾਸ਼ਾ ਦੇ ਤੌਰ ਤੇ ਆਪਾਂ ਦੇਖੀਏ ਨਾ, ਫਿਰ ਉਹ ਬੰਦੇ ਕੋ ਕੁਛ ਹੈ ਨਹੀਂ ਨਾ, ਤੇ ਉਹਨੂੰ ਆਇਡੈਂਟੀਫਾਈ ਕਰਨ ਦੇ ਲਈ ਕੁਛ ਨਾ ਕੁਛ ਤੇ ਨਾਮ ਰੱਖਣਾ ਹੀ ਪੈਂਦਾ ਨਾ। ਇਹ ਮੱਛੀ ਹੈ, ਇਹ ਡੱਡੀ ਹੈ, ਇਹ ਘਰ ਹੈ, ਇਹ ਕੋਠੀ ਹੈ। ਸੰਸਾਰ ਤੋਂ ਅਲੱਗ ਆਇਡੈਂਟੀ ਕਰਨ ਦਾ ਹੋਰ ਕੋਈ ਸਾਧਨ ਹੀ ਨਹੀਂ ਹੈ। ਅਸੀਂ ਸਾਰੇ ਇੱਕ ਪਾਸੇ, ਉਹ ਇੱਕ ਹੈ ਬਸ। ਹਾਂ, ਉਹਦੇ ਬਾਰੇ ਉਹ ਕੋਈ ਮਤਲਬ ਨਾ
ਉਹਦਾ ਡਿਸਕ੍ਰਾਈਬ ਕਰਨਾ ਬੜਾ ਔਖਾ ਹੈ। ਠੀਕ ਹੈ ਜੀ, ਬਸ ਕੰਮ ਚਲਾਊ ਕਹਿ ਸਕਦੇ ਹਾਂ ਆਪਾਂ। ਫਿਰ ਅਗਲੇ ਬੰਨੇ ਕਹਿੰਦੇ ਵਾਹ ਵਾਹ ਅਗੰਮ ਅਥਾਹ ਹੈ, ਵਾਹ ਵਾਹ ਸੱਚਾ ਸੋਏ। ਉਹ ਸੱਚਾ ਹੈ, ਅਗੰਮ ਹੈ, ਅਥਾਹ ਹੈ, ਲਿਮਟਲੈਸ ਆ, ਉਹਦੀ ਕੋਈ ਸੀਮਾ ਨਹੀਂ। ਵਾਹ ਵਾਹ ਬੇਪਰਵਾਹ, ਉਹ ਬੇਪਰਵਾਹ ਜੀ, ਪਰਵਾਹ ਨਹੀਂ ਕਰਦਾ। ਪਰ ਜਦ ਕਿ ਮੈਨੂੰ ਪਰਵਾਹ ਹੁੰਦੀ ਹੈ, ਮੈਂ ਸੋਚਦਾ ਹਾਂ ਕਿ ਮੇਰੇ ਘਰ ਦੇ ਕੀ ਕਹਿਣ, ਮੇਰਾ ਆਲਾ ਦੁਆਲਾ ਕੀ ਕਹਿੰਦਾ, ਮੇਰੀ ਸੁਸਾਇਟੀ ਕੀ ਕਹਿੰਦੀ ਹੈ। ਆਪਾਂ ਪਰਵਾਹ ਕਰਦੇ ਨਾ, ਪਰ ਕਹਿੰਦੇ ਪਰਮਾਤਮਾ ਨਹੀਂ ਪਰਵਾਹ ਕਰਦਾ। ਫਿਰ ਕਹਿੰਦੇ ਵਾਹ ਵਾਹ ਅੰਮ੍ਰਿਤ ਨਾਮ ਹੈ, ਗੁਰਮੁਖ ਪਾਵੇ ਕੋਈ। ਹਾਂ, ਉਹਦੀ ਵਾਹ ਵਾਹ ਕਰਦੇ ਆ ਨਾ, ਜਿਹੜਾ ਉਹ ਅੰਮ੍ਰਿਤ ਆ, ਅਮਰ ਹੋ ਜਾਂਦਾ ਹੈ। ਨਾਮ ਉਹ ਅੰਮ੍ਰਿਤ ਨਾਮ ਆ, ਉਹਦੇ ਕੋਲ ਅੰਮ੍ਰਿਤ ਦੇ ਨਾਲ ਕੀ ਹੈ ਕਿ ਆਪਾਂ ਜਿਹੜੇ ਹੈਗੇ ਹਮੇਸ਼ਾ ਵਾਸਤੇ ਜਿਹੜੇ ਹੈਗੇ ਜੀਵਨ ਮਿਲ ਜਾਂਦਾ ਹੈ ਆਪਾਂ ਨੂੰ, ਅਮਰ ਹੋ ਜਾਂਦੇ ਹਾਂ ਆਪਾਂ। ਪਰ ਇਹ ਜਿਹੜਾ ਹੈਗਾ ਨਾਮ ਮਿਲਣਾ ਆ, ਇਹ ਗੁਰੂ ਦੇ ਰਾਹੀਂ ਮਿਲਣਾ ਹੈ, ਬ੍ਰਹਮ ਗਿਆਨੀਆਂ ਦੇ ਰਾਹੀਂ ਮਿਲਣਾ ਹੈ ਭਾਈ। ਔਰ ਇਹਨੂੰ ਲੈਣ ਦਾ ਗਾਹਕ ਨਹੀਂ ਲੱਭਦਾ, ਕੋਈ ਟਾਵਾਂ ਹੀ ਜਿਹੜਾ ਹੈਗਾ ਇਹਨੂੰ ਪਸੰਦ ਕਰਦਾ ਹੈ, ਇਹਦੀ ਡਿਮਾਂਡ ਕਰਦਾ ਹੈ। ਔਰ ਹਾਂਜੀ ਉਹ ਕਹਿੰਦੇ ਆ ਕਿ ਕੀਮਤ ਬਹੁਤ ਆ, ਬਹੁਤ ਪ੍ਰਾਈਸਲੈਸ ਆ, ਬਟ ਮਾਰਕੀਟ ਦੇ ਵਿੱਚ ਇਹਨੂੰ ਪਰਚੇਜ ਕਰਨ ਵਾਸਤੇ ਜ਼ਿਆਦਾ ਲੋਕ ਨਹੀਂ ਹਨ। ਸੱਚ ਨੂੰ ਖਰੀਦਣ ਦੇ ਲਈ ਜਣਾ ਖਣਾ ਹਿੰਮਤ ਨਹੀਂ ਕਰ ਸਕਦਾ। ਉਹਦੀ ਬੜੀ ਕਾਫੀ ਪਾਵਰਫੁਲ ਬੰਦਾ ਚਾਹੀਦਾ ਹੈ। ਸੱਚ ਨੂੰ ਖਰੀਦਣਾ ਨਿੱਜਰ ਸਾਹਿਬ ਬਿਲਕੁਲ ਔਖਾ ਹੈ, ਐਵੇਂ ਕਹਿ ਦਈਏ। ਕਿਉਂਕਿ ਸੱਚ ਨੂੰ ਖਰੀਦਣ ਲਈ ਤੇ ਹਿੰਮਤ ਚਾਹੀਦੀ ਬਹੁਤ ਵੱਡੀ। ਸੱਚ ਨੂੰ ਖਰੀਦਣਾ, ਫਿਰ ਉਹ ਸੱਚ ਨੂੰ ਇਕੱਲਾ ਖਰੀਦਣ ਦੇ ਨਾਲ 1-2 ਮਿੰਟ ਦੀ ਗੱਲ ਥੋੜੀ ਆ, ਸਾਰਾ ਦਿਨ ਹੀ ਫਿਰ ਉਹ ਕੰਮ ਚੱਲਣਾ ਹੈ। ਮੁੜ ਕੇ ਅਗਲਾ ਜਿਹੜਾ ਜੀਵਨ ਬਚਿਆ ਉਹ ਸਾਰਾ ਉੱਧਰ ਤੋਰਨਾ ਪੈਣਾ। ਬਿਲਕੁਲ, ਇਸ ਕਰਕੇ ਉੱਧਰ ਕੋਈ ਮੂੰਹ ਨਹੀਂ ਕਰਦਾ। ਫਿਰ ਜਿਹੜੀਆਂ ਫੁੱਲੀਆਂ ਛੱਡਣੀਆਂ ਪੈਣੀਆਂ, ਫੁੱਲੀਆਂ ਕਿਹੜਾ ਛੱਡੇ। ਪਰ ਇੱਕ ਬੰਨੇ ਤੇ ਇਹ ਵੀ ਹੈ ਕਿ ਜੇ ਤੂੰ ਫੁੱਲੀਆਂ ਛੱਡੇਗਾ ਤਾਂ ਹੀ ਤੂੰ ਮੁਕਤ ਹੋਏਗਾ। ਪਹਿਲਾਂ ਛੱਡ ਕੇ 2-4 ਮਹੀਨੇ ਵੇਖ ਲੈ, ਨਹੀਂ ਕੰਮ ਪਸੰਦ ਆਉਗੀ ਤਾਂ ਫਿਰ ਵਾਪਸ ਆ ਜੀ। ਪਰ ਅਜੇ ਤੱਕ ਜਿੰਨੇ ਵੀ ਫੁੱਲੀਆਂ ਛੱਡੀਆਂ ਉਹ ਵਾਪਸ ਨਹੀਂ ਗਿਆ, ਇਹ ਵੀ ਸੱਚ ਹੈ। ਹਾਂਜੀ ਨਜਰ ਸਾਹਿਬ ਅੱਗੇ ਚੱਲੋ। ਵਾਹ ਵਾਹ ਕਰਮੀ ਪਾਈਏ ਆਪ ਦਇਆ ਕਰ ਦੇ। ਕਹਿੰਦੇ ਇਹ ਵਾਹ ਵਾਹ ਜਿਹੜੀ ਹੈਗੀ ਪਰਮਾਤਮਾ ਦੀ ਬੰਦਗੀ ਜਿਹੜੀ ਹੈਗੀ ਬੜੇ ਕਰਮਾਂ ਦੇ ਨਾਲ ਮਿਲਦੀ ਹੈ। ਕਰਮਾਂ ਦੇ ਨਾਲ ਪੂਰੇ ਭਾਗ ਜਾਗ ਗਏ, ਪੂਰੇ ਕਰਮ, ਕਿਰਪਾ ਹੋ ਗਈ ਮਾਲਕ ਦੀ, ਰਹੀਮ ਦੀ। ਔਰ ਆਪ ਦਇਆ ਕਰਦੇ, ਮਾਲਕ ਆਪ ਜਿਹੜਾ ਹੈਗਾ ਇਹ ਭਗਤੀ ਦੀ ਦਾਤ ਦਇਆ ਕਰਕੇ ਦਿੰਦਾ ਆ। ਨਾਨਕ ਵਾਹ ਵਾਹ ਗੁਰਮੁਖੇ ਪਾਈਏ ਆਂਦੇ ਨਾਮ ਲੈ। ਕਹਿੰਦੇ ਵਾਹ ਵਾਹ ਪਰ ਬੰਦਗੀ ਜਿਹੜੀ ਗੁਰੂ ਤੋਂ ਮਿਲਦੀ ਹੈ, ਬ੍ਰਹਮ ਗਿਆਨੀਆਂ ਤੋਂ ਮਿਲਦੀ ਹੈ। ਔਰ ਜਿਹਨੂੰ ਮਿਲਦੀ ਆ ਉਹ ਆਂਦਿਨ ਜਿਹੜਾ ਹੈਗਾ ਪਰਮੇਸ਼ਰ ਦੀ ਬੰਦਗੀ ਕਰਦਾ ਹੈ। ਹਾਂਜੀ ਵੀਰ ਜੀ। ਹਾਂਜੀ ਦੇਖੋ ਜੀ, ਉਹ ਕਹਿੰਦੇ ਨੇ ਕਿ ਪਹਿਲਾਂ ਆਖਰ ਚ ਉਹਨਾਂ ਨੇ ਇਹ ਸਮਝਾਇਆ, ਦੇਖੋ ਵਾਹ ਵਾਹ ਕਰਮੀ ਪਾਈਏ ਆਪ ਦਇਆ ਕਰ ਦੇ। ਦੇਖੋ ਮਿਹਰ ਤੇ ਕਰਦਾ ਹੈ ਨਾ ਉਹ, ਜਦ ਤੱਕ ਉਹਦੀ ਮਿਹਰ ਨਹੀਂ ਆ ਤੁਸੀਂ ਸੰਗਤ ਵੀ ਨਹੀਂ ਕਰ ਸਕਦੇ। ਇਹ ਬਿਲਕੁਲ ਸੱਚ ਹੈ। ਵੈਰੀ ਡਿਫਿਕਲਟ। ਆਪਾਂ ਨੂੰ ਪਤਾ ਹੀ ਨਹੀਂ ਲੱਗ ਸਕਦਾ ਨਾ ਗੋਰਖ ਸਾਹਿਬ ਬਈ ਕਿਹੜੀ ਚੀਜ਼ ਕਿਹੜੀ ਹੈ, ਕੀ ਕਰਨਾ ਹੈ ਦੁਨੀਆ ਦੇ ਵਿੱਚ। ਪਹਿਲਾਂ ਤਾਂ ਇਹੀ ਨਹੀਂ ਪਤਾ ਲੱਗਦਾ ਵੀ ਅਸੀਂ ਕੌਣ ਹੈਗੇ, ਇਹ ਵੀ ਨਹੀਂ ਪਤਾ ਲੱਗਦਾ ਆਪਾਂ ਨੂੰ। ਕਿੰਨੀ ਕੁ ਦੇਰ ਹੈਗੇ ਆ ਦੁਨੀਆ 'ਚ, ਇਹ ਵੀ ਨਹੀਂ ਪਤਾ ਲੱਗਦਾ ਆਪਾਂ ਨੂੰ। ਨੇਜਰ ਸਾਹਿਬ ਸਾਨੂੰ ਤੇ ਕਹਿ ਦਿੰਦੇ ਆ, ਹੁਣ ਮੈਂ ਜੰਮਿਆ ਤੇ ਮੇਰੇ ਘਰਦਿਆਂ ਨੇ ਨਾਂ ਰੱਖਤਾ ਜੀ ਤੇਰਾ ਨਾਂ ਚਰਨਜੀਤ ਸਿੰਘ। ਹੁਣ ਚਰਨਜੀਤ ਸਿੰਘ ਕੌਣ ਹੈ? ਹੁਣ ਸਾਰੀ ਜ਼ਿੰਦਗੀ ਤੇ ਮੈਂ ਚਰਨਜੀਤ ਆ ਸਰੀਰ ਨੂੰ ਸਮਝੀ ਛੱਡਦਾ। ਪਰ ਜੇ ਮੈਨੂੰ ਪੁੱਛੇ ਤੂੰ ਆਪਣੇ ਨੂੰ ਦੱਸ ਕਿ ਤੂੰ ਕੌਣ ਹੈ, ਮੈਂ ਕਹੂੰਗਾ ਕਿ ਆ ਮੇਰੇ ਹੱਥ। ਉਹਨੇ ਕਹਿਣਾ ਕਿ ਇਹ ਤੇਰੇ ਹੱਥ ਹੈ, ਤੂੰ ਕੌਣ ਹੈ? ਇਹ ਮੇਰਾ ਸਰੀਰ। ਉਹ ਕਹਿਣਗੇ ਕਿ ਠੀਕ ਹੈ ਤੇਰਾ ਸਰੀਰ, ਪਰ ਕੱਲ ਨੂੰ ਜੇ ਤੂੰ ਸਰੀਰ ਦਾ ਤਿਆਗ ਕਰ ਦਿੰਦਾ ਹੈ, ਤੇਰੇ ਘਰ ਦੇ ਥੋੜੀ ਕਹਿੰਦੇ ਕਿ ਚਰਨਜੀਤ ਹੈ। ਉਹ ਕਹਿੰਦੇ ਕਿ ਚਰਨਜੀਤ ਦਾ ਕੁੜਤਾ ਹੈ, ਇਹ ਚਰਨਜੀਤ ਦਾ ਸਰੀਰ ਹੈ, ਇਹ ਚਰਨਜੀਤ ਨਹੀਂ ਆ। ਤੇ ਜਿਹੜਾ ਵਿੱਚ ਰਹਿੰਦਾ ਸੀ ਉਹ ਕੌਣ ਹੈ? ਉਹ ਸਵਾਲ ਜਿਹੜਾ ਹੈ ਸਭ ਤੋਂ ਪਾਵਰਫੁਲ ਸਵਾਲ ਹੈ। ਅਸਲ 'ਚ ਉਹੀ ਸਵਾਲ ਦਾ ਜਵਾਬ ਤੇ ਲੱਭਣਾ ਹੈ ਆਪਾਂ। ਬਸ ਉਸੇ ਨੂੰ ਲੱਭਣ ਵਾਸਤੇ ਆਏ ਆ ਆਪਾਂ। ਉਹ ਇਹ ਮਨੁੱਖਾ ਜਨਮ 'ਚ ਤੁਹਾਨੂੰ ਲੱਭਣਾ ਪੈਣਾ ਹੈ। ਆਖਿਰ ਦੇ ਵਿੱਚ ਜਦੋਂ ਤੁਸੀਂ ਨਾ ਦੇਖੋ ਸਰਭਗਤੀ ਕੀਤੀ ਹੈ, ਟੌਪਿਕ ਚਲੋ ਛਿੜ ਗਿਆ ਤੇ ਇੱਥੇ 2 ਮਿੰਟ ਵਿਚਾਰ ਕਰ ਲੈਂਦੇ ਹਾਂ। ਜਦੋਂ ਤੁਸੀਂ ਆਤਮ ਗਿਆਨੀ ਬਣ ਗਏ, ਤੁਸੀਂ ਬ੍ਰਹਮ ਵਿਦਿਆ ਪ੍ਰਾਪਤ ਕਰ ਲਈ, ਫਿਰ ਆਤਮਾ ਨੂੰ ਜਾਣ ਲਿਆ, ਆਖਰ ਦੇ ਵਿੱਚ ਤੁਸੀਂ ਦੇਖਣਾ ਹੈ ਕਿ ਇਹ ਸਰੀਰ ਤੇ ਮੈਂ ਬਿਲਕੁਲ ਨਹੀਂ ਆ। ਇਹ ਤੇ ਸਰੀਰ ਸੌਂ ਗਿਆ, ਇਹ ਮਨ ਵੀ ਨਹੀਂ ਆ, ਮਨ ਤੋਂ ਵੀ ਮੈਂ ਅੱਗੇ ਆ ਗਿਆ। ਇਹ ਬੁੱਧੀ ਵੀ ਮੈਂ ਨਹੀਂ, ਮੈਂ ਬੁੱਧੀ ਤੋਂ ਵੀ ਅੱਗੇ ਆ ਗਿਆ। ਇਹ ਕਰਮ ਇੰਦਰੀਆਂ ਗਿਆਨ ਇੰਦਰੀਆਂ ਵੀ ਮੈਂ ਨਹੀਂ, ਮੈਂ ਇਹਨਾਂ ਤੋਂ ਵੀ ਅੱਗੇ ਆ ਗਿਆ।
ਮੈਂ ਤੇ ਇੱਕ ਐਸੀ ਸਤਾ ਵਾਂ ਜਿਹੜੀ ਮਨ ਨੂੰ ਦੇਖਦੀ ਹੈ। ਮਨ ਜਦੋਂ ਸੁਪਨਾ ਦੇਖਦਾ ਹੈ, ਨਿਜਰ ਸਾਹਿਬ, ਮਨ ਤੇ ਸੁਪਨੇ ਚ ਗਵਾਚ ਗਿਆ। ਬਿਲਕੁਲ, ਮਨ ਸੌਂ ਵੀ ਗਿਆ ਨਾ, ਮਨ ਸੌਂ ਵੀ ਗਿਆ, ਫਿਰ ਜਾਗਦਾ ਕਿਹੜਾ ਆ? ਹਾਂ, ਦੱਸਣ ਵਾਲਾ ਕਿਹੜਾ ਹੈ? ਜਦੋਂ ਤੁਹਾਨੂੰ ਗਹਿਰੀ ਨੀਂਦ ਆਈ, ਅੱਜ ਬਹੁਤ ਗਹਿਰੀ ਨੀਂਦ ਆਈ, ਫਿਰ ਤੁਹਾਨੂੰ ਕੌਣ ਦੱਸਣ ਦੇ ਆ ਬਈ ਤੈਨੂੰ ਗਹਿਰੀ ਨੀਂਦ ਆਈ ਆ? ਅੱਜ ਰਾਤ ਨੂੰ ਸੁਪਨਾ ਨਹੀਂ ਆਇਆ, ਇਹ ਕੌਣ ਦੱਸਣ ਦਿਆ ਵਾ ਕਿ ਸੁਪਨਾ ਵੀ ਨਹੀਂ ਆਇਆ? ਉਹੀ ਚੀਜ਼ ਲੱਭਣੀ ਹੈ, ਉਹ ਭਗਤੀ ਚ ਲੱਭਣੀ ਹੈ। ਠੀਕ ਹੈ ਜੀ। ਫਿਰ ਅਗਲੇ ਬੰਨੇ ਕਹਿ ਰਹੇ ਨੇ ਦਇਆ ਤੋਂ ਬਿਨਾਂ ਜੀ ਨਹੀਂ ਗੱਲ ਨਹੀਂ ਬਣੇਗੀ। ਦੇਖੋ, ਇਹ ਦਇਆ ਤੋਂ ਬਿਨਾਂ ਤੇ ਭਗਤੀ ਤੁਸੀਂ ਕਰ ਨਹੀਂ ਸਕਦੇ, ਨਾ ਦਇਆ ਤੋਂ ਬਿਨਾਂ ਤੁਸੀਂ ਸੰਗਤ ਕਰ ਸਕਦੇ। ਬਿਲਕੁਲ, ਕਿਉਂਕਿ ਖਾਸ ਕਰਕੇ ਪਰਮਾਤਮਾ ਦੀ ਭਗਤੀ ਨਿਜਰ ਸਾਹਿਬ ਇਹ ਉਹਦੀ ਦਇਆ ਵਾ। ਉਹਦੀ ਦਇਆ। ਹੁਣ ਜਿੱਦਾਂ ਕਈ ਬੱਚੇ ਸਟੂਡੈਂਟ ਵਧੀਆ ਹੁੰਦੇ ਆ ਤੇ ਟੀਚਰ ਕੀ ਕਰਦਾ, ਹੁੰਦੇ ਤੇ ਟੀਚਰ ਕੋਲ 70-80 ਸਟੂਡੈਂਟ, ਉਹ ਸਾਰਿਆਂ ਨੂੰ ਨਹੀਂ ਪੜਾਉਂਦਾ ਵਧੀਆ ਤਰੀਕੇ ਨਾਲ, ਪਰ ਜਿਹੜੇ ਵਧੀਆ ਬੱਚੇ ਹੁੰਦੇ ਨਾ, ਜਿਹੜੇ ਉਹਨਾਂ ਤੇ ਬਹੁਤ ਜ਼ੋਰ ਲਾਉਂਦਾ। ਕਿਉਂਕਿ ਜਿਹੜੇ ਮਾੜੇ ਮੋਟੇ ਮੇਰੇ ਵਰਗੇ ਹੁੰਦੇ ਆ 33-34% ਨੰਬਰ ਵਾਲੇ, ਮੈਂ ਪਾਸ ਵੀ ਹੋ ਜਾਵਾਂਗਾ ਤੇ ਉਹ ਟੀਚਰ ਲਈ ਬਹੁਤ ਵੱਡੀ ਗੱਲ ਹੈ ਕਿ ਹਾਂ ਵੀ ਇਹ ਪਾਸ ਹੋ ਗਿਆ, ਸ਼ੁਕਰ ਹੈ, ਕੋਈ ਗੱਲ ਨਹੀਂ, ਬੈਕ ਬੈਂਚਰ ਹੈਗਾ। ਪਰ ਜਿਹੜੇ ਬੱਚਿਆਂ ਤੇ ਕਾਬਲੀਅਤ ਹੁੰਦੀ ਆ, ਉਹ ਫਿਰ ਉਹਨਾਂ ਤੋਂ ਹੋਰ ਕਢਾਉਣ ਦੇ ਚੱਕਰਾਂ 'ਚ ਪੂਰਾ ਜ਼ੋਰ ਲਾਉਂਦੇ, ਕਿਉਂਕਿ ਸਾਰੇ ਨਹੀਂ ਅੱਗੇ ਲੰਘ ਸਕਦੇ। ਉਹਨਾਂ 'ਚ ਕੁਛ ਹੀ ਹੁੰਦੇ ਨੇ ਜਿਹੜੇ ਅੱਗੇ ਲੰਘਦੇ, ਜਾਂਦੇ ਤੇ ਸਾਰੇ ਆ। ਹੁਣ ਵੇਖੋ ਕਿੰਨੀ ਇੱਥੇ ਓਲੰਪਿਕ ਵੇਖ ਲਓ, ਰੇਸ ਭੱਜਦੇ ਤੇ ਕਿੰਨੇ ਜਾਣੇ ਆ, ਪਰ ਅੱਗੇ 2-4 ਹੀ ਹੁੰਦੇ ਆ, ਤੇ ਜਿਹੜੇ ਪਿੱਛੇ ਰਹਿੰਦੇ ਉਹਨਾਂ ਨੂੰ ਤਾਂ ਕੋਈ ਜਾਣਦਾ ਵੀ ਨਹੀਂ ਉਹ ਕੌਣ ਹੈ। ਕਿਤੇ ਪਤਾ ਤੁਸੀਂ ਵੇਖਿਆ ਜਿਹੜਾ ਪਿੱਛੇ ਰਹਿ ਗਿਆ ਲਾਸਟ ਤੇ, ਪਤਾ ਹੀ ਨਹੀਂ ਕੌਣ। ਜਿਹੜੇ ਅੱਗੇ ਆ ਜਾਂਦੇ ਆ, ਮੁੱਲ ਤੇ ਉਹਦਾ। ਠੀਕ ਹੈ ਜੀ, ਬਿਲਕੁਲ। ਚਲੋ ਜਿਹੜੇ ਪਿੱਛੇ ਰਹਿ ਗਏ ਆ, ਭੀੜ 'ਚ ਆਪਾਂ ਹਿੱਸਾ ਨਹੀਂ ਪਾਉਣਾ, ਆਪਾਂ ਅੱਗੇ ਆਉਣਾ, ਉੱਥੇ ਆਉਣਾ ਜਿੱਥੇ ਪ੍ਰਮਾਤਮਾ ਸਾਨੂੰ ਆਉਣ ਵਾਸਤੇ ਆਖਦਾ ਹੈ। ਔਰ ਉਹ ਆਉਣ ਦਾ ਤਰੀਕਾ ਇੱਕੋ ਹੀ ਹੈ, ਭਗਤੀ ਕਰੋ। ਨਾਨਕ ਵਾਵਾ ਗੁਰਮੁਖ ਪਾਈਏ ਅੰਧ ਨਾਮ ਲਈ। ਗੁਰੂ ਕੋਲੋਂ, ਬ੍ਰਹਮ ਗਿਆਨੀਆਂ ਕੋਲੋਂ ਇਹ ਭਗਤੀ ਮਿਲਦੀ ਆ ਭਾਈ। ਔਰ ਅੰਦਿਨ ਜਿਹੜਾ ਹੈਗਾ ਤਾਂ ਬੰਦਾ ਅੰਦਿਨ ਨਾਮ ਲੈਂਦਾ ਹੈ, ਨਾਮ ਦੇ ਵਾਸਤੇ ਸਵਾਸ ਜਮ੍ਹਾਂ ਕਰਦਾ। ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ। ਹਾਂਜੀ ਹਾਂਜੀ। ਬੇਨਤੀ ਆ ਕਿ ਜਿਹੜਾ ਨਾਮ ਰੱਖਦੇ ਆ ਨਾ ਜੀ ਆਪਣਾ ਇੱਥੇ ਸਰੀਰ ਦਾ, ਜਿਸ ਤਰ੍ਹਾਂ ਮੈਂ ਜੰਮਿਆ ਦਿਨ ਪਹਿਲਾਂ ਮੇਰਾ ਸਰੀਰ ਦੇਖਿਆ ਕਿ ਲੜਕਾ ਆ ਕਿ ਲੜਕੀ। ਜੇ ਲੜਕੀ ਹੁੰਦੀ ਤੇ ਇਹਨਾਂ ਨੇ ਗਰਮੇਲ ਕੋਲ ਰੱਖ ਦੇਣਾ ਸੀ, ਲੜਕਾ ਕਰਕੇ ਗਰਮੇਲ ਸਿੰਘ ਰੱਖ ਦਿੱਤਾ। ਜੇਕਰ ਮੈਂ ਲੱਖਾਂ ਬੰਦਿਆਂ ਦੇ ਵਿੱਚ ਹੋਵਾਂ ਤਾਂ ਇਹਨਾਂ ਨੇ ਮੈਨੂੰ ਆਵਾਜ਼ ਮਾਰਦੇ ਆ ਤੇ ਮੈਂ ਕਹਿੰਦਾ ਹਾਂਜੀ। ਜਦੋਂ ਮੈਂ ਮਰ ਗਿਆ ਫਿਰ ਮੈਂ ਲੱਖਾਂ ਬੰਦੇ ਹੀ ਬਾਜਾਂ ਮਾਰੀ ਜਾਣ, ਮੈਂ ਕਹਿ ਨਹੀਂ ਸਕਦਾ ਕੋਈ ਬੋਲਦਾ ਹੈ। ਇਹਦਾ ਮਤਲਬ ਤੇ ਇਹ ਹੋਇਆ ਗੁਰਬਾਣੀ ਅਨੁਸਾਰ ਕਿ ਤਨ ਝੂਠੇ ਮਨ ਕਹਾ ਸਮਾਈ ਦਾ ਮਤਲਬ ਜਿਹੜਾ ਨਾਮ ਰੱਖਿਆ ਗਿਆ ਉਹ ਮਨ ਦਾ ਰੱਖਿਆ ਗਿਆ ਜੀ। ਬਾਕੀ ਤੁਸੀਂ ਦੱਸੋ ਜੀ ਇਹਦੇ ਬਾਰੇ, ਮਿਹਰਬਾਨੀ ਜੀ। ਹਾਂਜੀ ਨਿਜਰ ਸਾਹਿਬ, ਨਾਮ ਜਿਹੜਾ ਰੱਖਿਆ ਗਿਆ ਹੈ ਮਨ ਦਾ ਥੋੜੀ ਨਾ ਰੱਖਿਆ ਗਿਆ ਹੈ। ਨਾਮ ਤਾਂ ਜਿਹੜਾ ਹੈਗਾ, ਕੋਈ ਮਨ ਦੇ ਬਾਰੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈ। ਨਾਮ ਤਾਂ ਆਪਣੇ ਸਰੀਰ ਨੂੰ ਹੀ ਦੇਖਦੇ ਆ, ਸਰੀਰ ਦਾ ਹੀ ਨਾਮ ਰੱਖਿਆ ਹੈ, ਜੋ ਵੀ ਨਾਮ ਰੱਖਿਆ ਹੋਇਆ। ਸੰਬੋਧਨ ਕਰਨ ਵਾਸਤੇ ਇੱਕ ਅਸੀਂ ਉਹਨੂੰ ਉਹਦੀ ਪਛਾਣ ਕਰਨ ਵਾਸਤੇ ਸੰਸਾਰ ਦੇ ਅੰਦਰ ਉਹ ਕੋਈ ਨਾਮ ਦੇ ਦਿੰਦੇ ਹਾਂ। ਬਿਲਕੁਲ, ਹਾਂ, ਆਇਡੈਂਟੀਫਾਈ ਕਰਨਾ। ਅਜੇ ਤੱਕ ਨਾ ਆਪਾਂ ਜਿਹੜੀ ਚੀਜ਼ ਚਲਾਉਂਦੇ ਆ ਸਾਨੂੰ ਉਹਦੇ ਬਾਰੇ ਪਤਾ ਹੀ ਨਹੀਂ ਆ। ਇੱਕ ਕਾਰ ਆਪਾਂ ਚਲਾਉਂਦੇ ਆ, ਸਾਨੂੰ ਨਹੀਂ ਪਤਾ ਉਹਦੇ ਅੰਦਰ ਬੈਟਰੀ ਆ, ਸਾਨੂੰ ਨਹੀਂ ਪਤਾ ਉਹਦੇ ਅੰਦਰ ਥੱਲੇ ਟਾਇਰ ਲੱਗੇ ਆ, ਆਪਾਂ ਚਲਾਈ ਜਾ ਰਹੇ ਆ। ਇਹ ਪੁਰਜਾ ਜਦੋਂ ਇਹਦੇ ਅੰਦਰ ਖਰਾਬ ਹੁੰਦਾ ਫਿਰ ਸਾਨੂੰ ਪਤਾ ਲੱਗਦਾ ਕਿ ਸਰੀਰ ਤੇ ਬਹੁਤ ਕੰਪਲਿਕੇਟਡ ਹੈ ਔਰ ਇਹਦੇ 'ਚ ਬੜੇ ਪੁਰਜੇ ਲੱਗੇ ਨੇ, ਔਰ ਪੁਰਜੇ ਬੜੇ ਬੜੇ ਅਲੱਗ ਕਿਸਮ ਦੇ ਪੁਰਜੇ ਆ। ਇੱਕ ਡਾਕਟਰ ਹੋ ਰਿਹਾ, ਦੂਜਾ ਡਾਕਟਰ ਹੋ ਰਿਹਾ। ਆਖਰ ਤੇ ਜਦੋਂ ਡਾਕਟਰ ਥੱਕ ਜਾਂਦੇ ਆ ਫਿਰ ਕਹਿੰਦੇ ਅਰਦਾਸ ਕਰੋ, ਇੱਕ ਡਾਕਟਰ ਹੋਰ ਵੀ ਹੈਗਾ, ਹੁਣ ਕੋਈ ਜਾਓ ਤੁਹਾਡਾ ਮਸਲਾ ਹੱਲ ਹੋ ਜਾਏ, ਕਿਉਂਕਿ ਇਹ ਡਾਕਟਰ ਤੇ ਹੱਥ ਖੜੇ ਕਰਦੇ ਕਹਿੰਦੇ ਨਹੀਂ ਸਾਡੇ ਵਾਸਤੇ ਗੱਲ ਨਹੀਂ। ਸੋ ਇੱਥੇ ਆਪਾਂ ਇਹ ਗੱਲ ਨੂੰ ਇੱਥੇ ਸੰਕੋਚ ਕਰਦੇ ਹਾਂ ਜੀ। ਇਹ ਭਗਤੀ ਜਿਹੜਾ ਮਾਰਗ ਆ, ਇਹ ਇੱਕ ਏਦਾਂ ਦੀ ਵਿਧੀ ਬਣੀ ਆ, ਤੁਹਾਨੂੰ ਸੰਗਤ ਕਰਨੀ ਪਊਗੀ, ਗੁਰਮੁਖਾਂ ਦੀ ਸੰਗਤ ਕਰਨੀ ਪਊ। ਜਦੋਂ ਆਪਾਂ ਬਾਣੀ ਦੀ ਸੰਗਤ ਕਰਦੇ ਹਾਂ, ਬਾਣੀ ਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਬੁੱਧੀ ਦੀ ਜਿਹੜੀ ਨਾ ਉਹਦੀ ਸਫਾਈ ਹੁੰਦੀ ਆ। ਕਿਉਂਕਿ ਬੁੱਧੀ ਕੀ ਕਰਦੀ ਆ ਕਿ ਬੁੱਧੀ ਬਹੁਤ ਪਾਵਰਫੁਲ ਹੈ। ਅਸਲ 'ਚ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਇੱਕ ਸਭ ਤੋਂ ਚੋਟੀ ਦਾ ਕੰਮ ਕਰ ਰਹੇ ਹਾਂ ਨਾ ਆਪਾਂ, ਜਾਂ ਬਾਣੀ ਦੇ ਮਦਦ ਨਾਲ ਆਪਾਂ ਦੀ ਹੈਲਪ ਲੈ ਰਹੇ ਹਾਂ, ਉਹ ਤੁਹਾਡੀ ਬੁੱਧੀ ਨੂੰ ਤਿੱਖਾ ਕਰ ਰਹੇ ਹਾਂ। ਜਿਸ ਤਰ੍ਹਾਂ ਆਪਾਂ ਬਾਜ਼ਾਰੋਂ ਕੋਈ ਸਬਜ਼ੀ ਲਿਆਉਂਦੇ ਆ, ਫਰੂਟ ਲਿਆਉਂਦੇ ਆ, ਕੰਮ ਦੀ ਚੀਜ਼ ਆਪਾਂ ਰੱਖ ਲੈਂਦੇ ਆ, ਫਾਲਤੂ ਦੀ ਚੀਜ਼ ਆਪਾਂ ਸੁੱਟ ਦਿੰਦੇ ਆ। ਸਾਰੀ ਤੇ ਨਹੀਂ ਨਾ ਆਪਾਂ ਸਬਜ਼ੀ ਬਣਾਉਂਦੇ। ਇਸੇ ਤਰ੍ਹਾਂ ਤੁਹਾਡੀ ਬੁੱਧੀ ਜਿਹੜੀ ਹੈ, ਨਿੱਜਰ ਸਾਹਿਬ, ਉਹਨੇ ਪ੍ਰੋਸੈਸ ਕਰਨਾ ਹੁੰਦਾ ਅੱਗੇ ਚੀਜ਼ ਨੂੰ, ਤੇ ਕੰਮ ਦੀ ਚੀਜ਼ ਰੱਖਣੀ ਹੈ ਤੇ ਫਾਲਤੂ ਦੀ ਸੁੱਟ ਦੇਣੀ ਹੈ ਬਸ। ਹੋਰ ਤੇ ਬੁੱਧੀ ਨੇ ਕੀ ਕਰਨਾ ਨਿੱਜਰ ਸਾਹਿਬ? ਬਿਲਕੁਲ ਸਹੀ ਗੱਲ ਆ ਬਈ।
ਬਈ ਸੱਚ ਜੋ ਚੀਜ਼ ਜਿਹੜੀ ਹੈਗੀ ਆਪਣੇ ਵਾਸਤੇ ਲਾਭਦਾਇਕ ਹੈਗੀ ਉਹ ਕੰਮ ਕਰਨਾ ਹੈ, ਘਾਟੇ ਦਾ ਕੰਮ ਨਹੀਂ ਕਰਨਾ। ਬਸ ਸਿੰਪਲ ਜੀ ਗੱਲ ਹੈ। ਹਾਂ, ਬਾਣੀ ਕਹਿੰਦੀ ਅਕਲੀ ਸਾਹਿਬ ਸੇਵੀਏ ਅਕਲੀ ਕੀਜੀਏ ਦਾਨ। ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਪਾਈਏ ਮਾਨ। ਉਹ ਕਹਿੰਦੇ ਨਹੀਂ ਆ ਕਿ ਅੱਖਾਂ ਬੰਦ ਕਰਦੇ ਰੱਬ ਦੀ ਭਗਤੀ ਕਰਨੀ ਸ਼ੁਰੂ ਕਰ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਕਨਫਿਊਜ਼ਨ ਨਹੀਂ ਹੋਣੀ ਚਾਹੀਦੀ, ਕਲੈਰਿਟੀ ਨਾਲ ਲਿਖ ਕੇ ਗਏ ਨੇ। ਬਿਲਕੁਲ। ਇੱਥੇ ਕਿਸੇ ਬਾਬੇ ਨੂੰ ਕੋਆ ਤੋਂ ਕੋ ਬੋਲੇ, ਉਹ ਕਹਿੰਦਾ ਇਹ ਰਹਿਣੀ ਦੋ, ਇਹ ਜੋਗਮਾਤ ਹੋਣੀ ਆ, ਇੱਥੇ ਸਮਾਧੀ ਦਾ ਨਾਂ ਲੈ ਦੋ ਜੀ। ਨਹੀਂ ਜੀ ਨਹੀਂ, ਸਾਨੂੰ ਤੇ 5 ਬਾਣੀਆਂ ਦੀ ਗੱਲ ਸਮਝਾਈ ਹੈ, ਪਰ ਬਾਣੀ ਕਿਤੇ ਏਦਾਂ ਦੀ ਕੋਈ ਤੁਕ ਵੀ ਨਹੀਂ ਆਉਂਦੀ। ਇੱਕ ਤੁਕ ਜੀ ਨਹੀਂ ਲਿਖਿਆ। ਕਿਤੇ ਮੱਥਾ ਟੇਕਣ ਦੀ ਗੱਲ ਕੀਤੀ ਹੈ ਕਿ ਸਵੇਰੇ ਮੱਥਾ ਟੇਕ ਕੇ ਘਰ ਆ ਜਾਓ ਤੇ ਸਾਰਾ ਦਿਨ ਜੋ ਮਰਜ਼ੀ ਕਰੀ ਜਾਓ, ਬਾਣੀ ਹਿੱਲਣ ਨਹੀਂ ਦਿੰਦੀ। ਆਹ ਦੇਖੋ ਨਿੱਜਰ ਸਾਹਿਬ, ਅੱਗੇ ਚੱਲੀਏ। ਬਿਨਾਂ ਸਤਿਗੁਰ ਸੇਵੇ ਮਹਲਾ ਤੀਜਾ, ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵੇ, ਦੂਜੀ ਨਾਹੀ ਜਾਏ। ਦੇਖੋ ਭਾਈ, ਆਪਣੀਆਂ ਇਹ ਜਿਹੜੀਆਂ ਗਿਆਨ ਇੰਦਰੀਆਂ ਹੈਗੀਆਂ, ਕਰਮ ਇੰਦਰੀਆਂ ਹੈਗੀਆਂ, ਇਹਨਾਂ ਦੀ ਖਿੱਚ ਤੋਂ ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਆਜ਼ਾਦ ਨਹੀਂ ਹੋ ਸਕਦੇ ਭਾਈ। ਇਹਨਾਂ ਨੇ ਨਹੀਂ ਤਾਂ ਆਪਾਂ ਨੂੰ ਘੁਮਾਈ ਫਿਰਨਾ ਹੈ। ਇਹਨਾਂ ਨੇ ਸਵਾਦਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਜੀਵਨ ਜਿਹੜਾ ਹੈਗਾ ਅਜਾਈ ਆਪਾਂ ਨੇ ਆਪ ਗਵਾ ਦੇਣਾ ਆਪਾਂ ਨੇ। ਔਰ ਆਪਣਾ ਮਨ ਜਿਹੜਾ ਹੈਗਾ ਅਵਗੁਣ ਕਰਨੋਂ ਨਹੀਂ ਹਟੂਗਾ ਬਗੈਰ ਗੁਰੂ ਦੀ ਸੇਵਾ ਕੀਤੇ ਬਗੈਰ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੇ ਮੱਤ ਨੂੰ ਵਿਚਾਰੇ ਬਗੈਰ, ਗੁਰੂ ਦੀ ਮੱਤ ਲਏ ਬਗੈਰ ਇਹ ਸ਼ਾਂਤੀ ਨਹੀਂ ਆ ਸਕਦੀ ਇਨਸਾਨ ਦੇ ਅੰਦਰ। ਔਰ ਮਹਾਰਾਜ ਕਹਿੰਦੇ ਦੂਜੀ ਨਾ ਹੀ ਜਾਏ, ਕਹਿੰਦੇ ਦੂਸਰਾ ਹੋਰ ਕੋਈ ਆਪਸ਼ਨ ਹੀ ਨਹੀਂ ਹੈਗਾ ਭਾਈ। ਜਿੱਥੇ ਜਾ ਕੇ ਜਿਹੜਾ ਹੈਗਾ ਆਪਾਂ ਜਿਹੜਾ ਕੋਈ ਚੋਇਸ ਹੋਏ, ਕੋਈ ਸੈਕੰਡ ਚੋਇਸ ਹੋਏ, ਕਹਿੰਦੇ ਕੋਈ ਆਪਸ਼ਨ ਨਹੀਂ ਹੈਗਾ ਬਗੈਰ ਬੰਦਗੀ ਦੇ, ਹੋਰ ਕੋਈ ਆਪਸ਼ਨ ਹੀ ਨਹੀਂ ਹੈਗਾ। ਜੇ ਬਹੁਤੇਰਾ ਲੋਚੀਏ ਵਿਣ ਕਰਮੈ ਪਾਇਆ ਨਾ ਜਾਏ। ਜੇ ਜ਼ਿਆਦਾ ਜਿਹੜਾ ਇਨਸਾਨ ਜਿਹੜਾ ਹੈਗਾ ਲੋਚਦਾ ਹੈ, ਜੇ ਚਾਹੇ ਵੀ ਤੇ ਬਹੁਤ ਜਿਹੜਾ ਹੈਗਾ, ਕਹਿੰਦੇ ਭਾਈ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਆ, ਉਸ ਮਾਲਕ ਨੇ ਦੇਣਾ ਹੈ ਭਾਈ ਨਾਮ। ਉਸਨੇ ਬੰਦਗੀ ਵਾਸਤੇ ਪ੍ਰੇਰਨਾ ਦੇਣੀ, ਉਸਨੇ ਗਿਆਨ ਦੇਣਾ ਹੈ। ਔਰ ਉਸ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਮਿਹਰ ਤੋਂ ਬਗੈਰ ਨਹੀਂ ਮਿਲਦਾ। ਜਿਨ੍ਹਾਂ ਅੰਤਰ ਲੋਭ ਵਿਕਾਰ ਹੈ, ਦੂਜੇ ਪਾਏ ਖੁਆਏ। ਪਰ ਇੱਥੇ ਨਾ ਗੁਰਗੀ ਸਾਹਿਬ ਇੱਕ ਚੀਜ਼ ਦੇਖਿਓ, ਜੇ ਬਹੁਤੇਰਾ ਲੋਚੀਏ ਵਿਣ ਕਰਮੈ ਪਾਇਆ ਨਾ ਜਾਏ। ਤੇ ਜੇ ਇਨਸਾਨ ਲੋਚੂਗਾ ਗੁਰਗੀ ਸਾਹਿਬ ਤੇ ਮਾਲਕ ਨੂੰ ਜੇ ਲੋਚ ਰਿਹਾ, ਇੱਛਾ ਹੈਗੀ ਉਹਦੀ, ਤੇ ਫਿਰ ਮਾਲਕ ਤਾਂ ਜਿਹੜਾ ਹੈਗਾ ਉਹਨੂੰ ਸੇਧ ਦੇਵੇਗਾ। ਤੇ ਇਸ ਕਰਕੇ ਵਿਣ ਕਰਮੇ ਦਾ ਮਤਲਬ ਇਹ ਬਈ ਕਰਮਾਂ ਤੋਂ ਬਗੈਰ, ਐਕਸ਼ਨ ਤੋਂ ਬਗੈਰ ਜਿਹੜਾ ਹੈਗਾ ਇਹ ਖਾਲੀ ਜਿਹੜਾ ਗਿਆਨ ਦੇ ਨਾਲ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਨਹੀਂ ਮਿਲਦਾ ਭਾਈ। ਹਾਂਜੀ ਬੋਲ ਸਾਹਿਬ। ਹਾਂਜੀ ਨਿੱਜਰ ਸਾਹਿਬ। ਹਾਂ ਦੇਖੋ ਇੱਥੇ ਜਿਹੜਾ ਹੈ ਨਾ, ਜੇ ਬਹੁਤੇਰਾ ਲੋਚੀਏ ਵਿਣ ਕਰਮੈ ਪਾਇਆ ਨਾ ਜਾਏ। ਇਹ ਕਰਮੇ ਦਾ ਮਤਲਬ ਜਿਹੜਾ ਹੈਗਾ, ਇਹ ਕਰਮੇ ਦਾ ਮਤਲਬ ਬਖਸ਼ਿਸ਼, ਇੱਥੇ ਬਖਸ਼ਿਸ਼ ਨਹੀਂ ਲੱਗੇਗੀ। ਕਰਮੇ ਦਾ ਮਤਲਬ ਹੈ ਐਕਸ਼ਨ। ਉਸ ਕਰਮ ਦੇ ਬਗੈਰ ਜਿਹੜਾ ਹੈਗਾ, ਜੋ ਬਾਣੀ ਕਹਿ ਰਹੀ ਹੈ, ਜੋ ਬ੍ਰਹਮ ਗਿਆਨ ਕਹਿ ਰਿਹਾ, ਉਹ ਕਰਨ ਤੋਂ ਬਗੈਰ ਜਿਹੜਾ ਹੈਗਾ ਜਿੰਨਾ ਮਰਜ਼ੀ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਗਿਆਨ ਲੈ ਲਈਏ, ਜਿੰਨਾ ਮਰਜ਼ੀ ਆਪਾਂ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਤੱਕ ਜਿਹੜੇ ਹੈਗੇ ਨਹੀਂ ਪਹੁੰਚ ਸਕਦੇ ਭਾਈ। ਨਿੱਜਰ ਸਾਹਿਬ, ਬਾਣੀ 'ਚ ਇਹ ਕੁਝ 4-5 ਲਾਈਨਾਂ ਜੇ ਕੋਈ ਫੜ ਲੇ ਨਾ, ਹਾਂਜੀ, ਤੇ ਅੱਗੇ ਜਾਣ ਦੀ ਲੋੜ ਹੀ ਨਹੀਂ ਆ। ਬਾਣੀ ਨੇ ਕਿਹਾ ਹੈ ਸੱਚੋ ਉਹ ਬੋਲੋ, ਸਭ ਤੋਂ ਉੱਪਰ ਸੱਚ ਆਚਾਰ। ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ। ਫਿਰ ਕਹਿੰਦੇ ਆ ਬਿਨ ਨਾਮੇ ਅਵਰ ਉਪਦੇਸ਼ੇ ਆਪ ਨਾ ਕਰੇ। ਨਿੱਜਰ ਸਾਹਿਬ ਇਹ ਵੀ ਤਾਂ ਬੋਲੋ। ਹਾਂ, ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਇੱਥੇ ਤੇ ਕਰਨ ਦੀ ਗੱਲ ਹੋਈ ਹੈ। ਹੁਣ ਕਰਮ ਦੀ ਗੱਲ ਪਾਈ ਹੈ ਕਿ ਜੇ ਸਾਡੇ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਹੁਣ ਤੁਸੀਂ ਵੇਖੋ, ਇਹ ਸਾਰੇ ਬਾਬੇ ਛਾਬੇ ਜਿੰਨੇ ਵੀ ਹੈਗੇ ਆ,
ਇਹਨਾਂ ਨੂੰ ਇੱਕੋ ਛਾਬੇ 'ਚ ਪਾ ਲਓ, ਇਹਨਾਂ ਦੇ ਕਰਮ ਵੇਖ ਲਓ, ਇਹਨਾਂ ਦੀ ਕਥਨੀ ਵੇਖ ਲਓ। ਇਹਨਾਂ ਦੀ ਕਥਨੀ ਤੇ ਇਹਨਾਂ ਦੀ ਕਰਨੀ ਬਿਲਕੁਲ ਹੀ ਡਿਫਰੈਂਟ ਹੋਵੇਗੀ। ਕਿਉਂ? ਕਿਉਂਕਿ ਜੀਵਨ ਦਾ ਮਕਸਦ ਕੁਝ ਹੋਰ ਹੈ। ਲੋਕਾਂ ਨੇ ਪਿੱਛੇ ਜਾ ਜਾ ਕੇ ਭੀੜ ਪਾ ਕੇ ਇਹਨਾਂ ਦੇ ਮਨ ਦੇ ਅੰਦਰ ਇੱਕ ਸੁਪੀਰੀਅਰ ਕੰਪਲੈਕਸ ਪਾ ਦਿੱਤਾ ਕਿ ਤੁਸੀਂ ਬ੍ਰਹਮ ਗਿਆਨੀ, ਤੁਸੀਂ ਬੜੇ ਸੰਤ ਬਣ ਗਏ, ਤੁਹਾਡੇ ਪਿੱਛੇ ਇੰਨੇ ਲੋਕ ਆ ਗਏ। ਪਾਣੀ 'ਚ ਕਿਹਾ ਹੈ, ਪਾਣੀ 'ਚ ਆਲਰੇਡੀ ਕਿਹਾ ਹੈ ਕਿ ਭਾਵੇਂ ਸਾਰੀ ਧਰਤੀ ਤੇਰੀ ਪੂਜਾ ਕਰਨ ਲੱਗ ਜੇ, ਜੇ ਤੇਰੇ ਅੰਦਰ ਹਿਰਦੇ 'ਚ ਪ੍ਰਮਾਤਮਾ ਨਹੀਂ ਨਾ ਵਸਿਆ ਤੇ ਤੇਰਾ ਕੌਡੀ ਮੁੱਲ ਨਹੀਂ ਹੈਗਾ। ਕਿਉਂਕਿ ਬਾਣੀ 'ਚ ਲਿਖਿਆ ਨੇ ਸਾਹਿਬ, ਇਹ ਆਲਰੇਡੀ ਆਈ ਥਿੰਕ ਸਮਵੇਅਰ ਮੈਂ ਰੀਡ ਕੀਤਾ ਸੀ ਕਿ ਸਾਰਾ ਹੀ ਕੁਝ ਤੈਨੂੰ ਕਰ ਦੇਣ, ਪਰ ਬੇਸ਼ੱਕ ਤੈਨੂੰ ਇਹ ਭਰਮ ਹੀ ਪੈ ਜਾਏ ਕਿ ਮੈਂ ਬੜਾ ਵੱਡਾ ਸੰਤ ਬਣ ਗਿਆ, ਜੇ ਤੇਰੇ ਅੰਦਰ ਪ੍ਰਮਾਤਮਾ ਨਹੀਂ ਵਸਿਆ ਤੇ ਕੋਈ ਵਟਤ ਨਹੀਂ ਹੈਗੀ ਦੀ। ਸਾਰੀ ਸ੍ਰਿਸ਼ਟੀ ਦਾ ਭਾਵੇਂ ਰਾਜ ਮਿਲ ਜਾਏ, ਗੋਰਖੀ ਸਾਹਿਬ ਬਾਣੀ ਕਹਿੰਦੀ ਹੈ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਹੋ ਜਾਏ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਬਾਣੀ ਤਾਂ ਸਾਫ਼ ਸੁਖਮਨੀ ਸਾਹਿਬ 'ਚ ਕਹਿੰਦੀ ਹੈ ਤੂੰ ਸੁਖੀ ਨਹੀਂ ਹੋ ਸਕਦਾ। ਹਾਂ, ਕਿਉਂਕਿ ਤੂੰ ਖੁਦ ਨਹੀਂ ਕੀਤਾ ਤੇ ਲੋਕਾਂ ਨੂੰ ਉਪਦੇਸ਼ ਕੀ ਕਰੀ ਗਿਆ। ਤੇ ਆਪ ਬਾਣੀ ਕਹਿੰਦੀ ਆ ਜੋ ਮਰਜੀ ਤੇਰੇ ਅੰਦਰ ਤੇਰੇ ਤਾਂ ਗਿਆ ਇੱਛਾ ਹੈਗੀ ਹੈ ਤੇ ਚਾਹੁੰਦਾ ਹੈ ਪਰਮਾਤਮਾ ਨੂੰ, ਪਰ ਤੇਰੇ ਕਰਮ ਜੇਕਰ ਉਲਟੇ ਪੁਲਟੇ ਆ ਤੇ ਭਈ ਇਹ ਤੇਰੀ ਇੱਛਾ ਕੱਲੀ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਕਿਉਂਕਿ ਦੇਖੋ ਪਤਾ ਕੀ ਹੈ, ਪਰਮਾਤਮਾ ਨੂੰ ਕੀ ਕਹੀਏ ਆਪਾਂ, ਮੈਂ ਤੇਰੀ ਬੜੀ ਭਗਤੀ ਕਰਦਾ, ਹੁਣ ਤੇ ਗੁਰਦੁਆਰੇ ਜਾਵਾਂ, ਮੈਂ 4-5 ਘੰਟੇ ਸੇਵਾ ਕਰਾਂ, ਫਿਰ ਉਸ ਤੋਂ ਬਾਅਦ ਮੈਂ ਉੱਥੇ ਹੋਰ ਜੋ ਵੀ ਧਾਰਮਿਕ ਜੋ ਕਰਮ ਬਣਦੇ, ਜੋ ਲੋਕੀ ਕਹਿੰਦੇ ਕਰਨ ਵਾਸਤੇ, ਮੈਂ ਕਰੀ ਜਾਵਾਂ ਤੇ ਅੰਦਰੋਂ ਮੈਂ ਕੋਈ ਚੰਗਾ ਇਨਸਾਨ ਨਾ ਹੋਵਾਂ ਤੇ ਫਿਰ ਤੇ ਬੰਗਲਾ ਭਗਤੀ ਆ ਮੈਂ। ਫਿਰ ਆਊਟਪੁੱਟ ਤੇ ਨਿਕਲਣਾ ਨਹੀਂ ਉੱਥੇ। ਕਿਉਂਕਿ ਬਾਹਰੀ ਜਿਹੜਾ ਜੋ ਮੈਂ ਕਰ ਰਿਹਾ ਵਾਂ ਉਹ ਇੱਕ ਮੇਰੀ ਅਸਲੀ ਜੀਵਨ ਤੋਂ ਬਿਲਕੁਲ ਆਪੋਜਿਟ ਹੈ। ਮੈਂ ਆਪਣੇ ਅੰਦਰ ਜਿਹੜਾ ਵਾ ਉਹ ਜੋ ਵੀ ਉੱਠ ਰਿਹਾ ਉਹਨੂੰ ਨੱਪ ਰਿਹਾ ਤੇ ਬਾਹਰ ਮੈਂ ਸੰਸਾਰ ਨੂੰ ਕੁਝ ਹੋਰ ਰੂਪ ਰਿਪਰੈਜ਼ੈਂਟ ਕਰਦਾ ਹੈ ਤੇ ਉਹ ਫਿਰ ਗੜਬੜ ਹੈ ਜੀ। ਇੱਥੇ ਦੇਖੋ ਹਾਂ ਬਾਣੀ ਕੀ ਕਹਿ ਰਹੀ ਹੈ ਨਾ ਜੀ ਸਾਹਿਬ, ਅਗਲੀ ਤੁਕ ਬੋਲੋ। ਬਾਣੀ ਕਹਿ ਰਹੀ ਹੈ ਜੀ, ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁੱਖ ਪਾਏ, ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੇ ਪਾਏ ਖੁਆਏ। ਕਹਿੰਦੇ ਜਿਨ੍ਹਾਂ ਦੇ ਅੰਦਰ ਲੋਭ ਵੀ ਹੈ, ਵਿਕਾਰ ਵੀ ਹੈਗੇ, ਔਗੁਣ ਹੈਗੇ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੇ ਅੰਦਰ ਔਗੁਣ ਹੈਗੇ, ਇਹਦਾ ਮਤਲਬ ਕਿ ਉਹਨਾਂ ਨੂੰ ਦੂਸਰੀ ਚੀਜ਼ ਨਾਲ ਪਿਆਰ ਹੈਗਾ। ਉਹਨਾਂ ਦੇ ਪਾਏ ਮਤਲਬ ਪਿਆਰ, ਉਹਨਾਂ ਦੀ ਡੁਆਲਿਟੀ ਮਾਇਆ ਦੇ ਨਾਲ ਪਿਆਰ ਆ ਉਹਨਾਂ ਦਾ। ਅਤੇ ਖੁਆਏ ਦਾ ਮਤਲਬ ਹੈਗਾ ਉਹ ਖੁਆਰ ਹੋ ਰਹੇ ਆ, ਉਹ ਜਿਹੜੇ ਹੈਗੇ ਗਲਤ ਪਾਸੇ ਜਾ ਰਹੇ ਆ, ਖੁਆਰੀ ਦੇ ਵੱਲ ਜਾ ਰਹੇ ਆ, ਉਹ ਸਹੀ ਟਰੈਕ 'ਤੇ ਨਹੀਂ ਹੈਗੇ। ਜੰਮਣ ਮਰਨ ਨਾ ਚੁੱਕਈ, ਫਿਰ ਕਹਿੰਦੇ ਰਿਜ਼ਲਟ ਦੇ ਰਹੇ ਮਹਾਰਾਜ, ਕਹਿੰਦੇ ਉਹਨਾਂ ਦਾ ਜਨਮ ਮਰਨ ਦਾ ਗੇੜਾ ਨਹੀਂ ਰੁਕ ਸਕਦਾ ਭਾਈ। ਅਤੇ ਹਉਮੈ ਆ ਉਹਨਾਂ ਦੇ ਕੋਲ, ਇਸ ਕਰਕੇ ਉਹਨਾਂ ਨੂੰ ਦੁੱਖ ਮਿਲਣਾ ਹੀ ਮਿਲਣਾ ਹੈ। ਹਉਮੈ ਵਿੱਚ ਦੁੱਖ ਪਾਏ, ਦੁਖੀ ਹੋਣਗੇ ਭਾਈ। ਹਾਂਜੀ ਵੀਰ ਜੀ, ਹਉਮੈ ਆ ਉਹਨਾਂ ਦੀ ਆਪਣੀ ਹੋਂਦ ਹੈਗੀ, ਆਪਣੀ ਆਕੜ ਹੈਗੀ, ਆਪਣੀ ਉਹਨਾਂ ਦੇ ਜਿਹੜੀ ਅਹੰਕਾਰ ਹੈਗਾ ਉਹਨਾਂ ਦੇ ਅੰਦਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖੋ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਅੰਦਰ ਲੋਭ ਆ, ਵਿਕਾਰ ਹੈਗੇ ਨੇ, ਔਗਣ ਨੇ, ਤੇ ਜੋ ਮਾਇਆ ਦੇ ਪਿੱਛੇ ਭਟਕਦੇ ਨੇ, ਤੇ ਫਿਰ ਅਗਲੇ ਬੰਨੇ ਫਿਰ ਕੀ ਉਹ ਕਹਿੰਦੇ ਕਿ ਉਹ ਫਿਰ ਹਉਮੈ ਦੇ ਨਾਲ ਵੀ ਗ੍ਰਸਤ ਨੇ। ਫਿਰ ਉਹਨਾਂ ਦਾ ਜੰਮਣ ਮਰਨ, ਜੇਕਰ ਉਹ ਸੋਚਦੇ ਨਾ ਕਿ ਅਸੀਂ ਤੋਂ ਫਲਾਨੀ ਜਗ੍ਹਾ ਤੋਂ ਨਾਮਦਾਨ ਲੈ ਆ ਜਾਂ ਕੋਈ ਆਪਾਂ ਸਰੀਰਕ ਕੋਈ ਚੀਜ਼ ਧਾਰਨ ਕਰ ਲਈ ਆ, ਉਹ ਕਹਿੰਦੇ ਇਹਦੇ ਨਾਲ ਤੇਰਾ ਮਰਨ ਜੰਮਣ ਨਹੀਂ ਉਹ ਘਟਿਆ ਜਾਣਾ, ਕਿਉਂਕਿ ਤੇਰੇ ਅੰਦਰ ਤੇ ਔਗਣ ਹੈਗੇ ਆ। ਬਿਲਕੁਲ। ਹਾਂ, ਔਰ ਇਹ ਇੱਕ ਬੜੀ ਮੈਂ ਇਸ ਚੀਜ਼ ਤੇ ਬੜਾ ਮਹਿਸੂਸ ਕਰਦਾ ਹਾਂ, ਬੰਦਾ ਬਾਹਰੋਂ ਧਾਰਮਿਕ ਹੋਣਾ ਚਾਹੁੰਦਾ ਹੈ, ਅੰਦਰੋਂ ਤੇ ਬਿਲਕੁਲ ਨਹੀਂ ਹੋਣਾ ਚਾਹੁੰਦਾ। ਕਹਿੰਦਾ ਤੇ ਹੈ ਮੈਂ ਧਾਰਮਿਕ ਹੋਣਾ ਚਾਹੁੰਦਾ, ਬਟ ਬਾਹਰੋਂ ਕੇਵਲ ਆਊਟਫਿਟ। ਤੇ ਹੁਣ ਆਊਟਫਿਟ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਅੰਦਰੋਂ ਫਿਰ ਆਹ ਚੀਜ਼ਾਂ ਕਿੱਥੋਂ ਖਤਮ ਹੋਣਗੀਆਂ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਗੱਲ ਤੇ ਆਪਾਂ ਆਇਡੈਂਟੀਫਾਈ ਕਰੀਏ ਕਿ ਜੇ ਸਾਡੇ ਅੰਦਰ ਹੈਗਾ ਹੈ ਤੇ ਇਹਦੇ ਫਿਰ ਪਹਿਲਾਂ ਇਹ ਮੰਨੀਏ ਕਿ ਮੇਰੇ ਅੰਦਰ ਇਹ ਔਗਣ ਹੈਗੇ, ਤੇ ਫਿਰ ਉਹਦਾ ਇਲਾਜ ਵੀ ਕਰ ਸਕਦੇ ਹਾਂ। ਪਰ ਜੇ ਮੈਂ ਮੰਨਦਾ ਹੀ ਨਹੀਂ, ਮੈਂ ਆਪਣੇ ਆਪ ਨੂੰ ਸੁਪੀਰੀਅਰ ਕੰਪਲੈਕਸ ਦੇ ਨਾਲ ਆਪਣੇ ਆਪ ਨੂੰ ਸੁਪੀਰੀਅਰ ਬਣਾ ਕੇ ਬੈਠਾ ਕਿ ਮੈਂ ਸਭ ਤੋਂ ਉੱਪਰ ਹਾਂ,
ਮੈਂ ਫਲਾਨੀ ਸੰਸਥਾ ਨਾਲ ਜੁੜਿਆ, ਫਲਾਣੇ ਧਰਮ ਨਾਲ ਜੁੜਿਆ, ਫਲਾਣੇ ਮਜ਼ਹਬ ਨਾਲ ਜੁੜਿਆ, ਤੇ ਫਿਰ ਤੇ ਵੀ ਉਹ ਆਪਣੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੈ। ਉਹਦੇ 'ਚ ਨੁਕਸਾਨ ਤੇ ਕਿਸੇ ਹੋਰ ਦਾ ਤਾਂ ਹੈ ਨਹੀਂ, ਮੇਰਾ ਆਪਣਾ ਨੁਕਸਾਨ ਹੈ। ਫਿਰ ਅਗਲੇ ਬੰਨੇ ਕੀ ਕਹਿ ਰਹੇ, ਜੰਮਣ ਮਰਨਾ ਚੁੱਕੇ ਉਹ ਏਦਾਂ, ਫਿਰ ਕਹਿੰਦੇ ਹਉਮੈ ਦਾ ਰੋਗ ਵੀ ਨਹੀਂ ਮਿਟਣਾ, ਤੇ ਫਿਰ ਦੁੱਖ ਮਿਲੂਗਾ ਤੈਨੂੰ, ਤੇ ਜੰਮਦਾ ਰਹੇਗਾ ਮਰਦਾ ਰਹੇਗਾ, ਉਹ ਤੇਰੀ ਮਰਜ਼ੀ ਹੈ। ਫਿਰ ਅਗਲੇ ਬੰਨੇ ਕਹਿੰਦੇ ਜਿਨ੍ਹਾਂ ਸਤਿਗੁਰ ਸਿਓ ਚਿੱਤ ਲਾਇਆ ਸੋ ਖਾਲੀ ਕੋਈ ਨਾ ਹੈ। ਜਿਨ੍ਹਾਂ ਨੇ ਵੀ ਸਤਿਗੁਰੂ ਦੇ ਨਾਲ ਚਿੱਤ ਲਾਇਆ, ਚਿੱਤ ਲਾਉਣਾ ਹੈ, ਦੇਖ ਲਓ ਗੁਰੂ ਦੇ ਨਾਲ, ਇਹ ਬ੍ਰਹਮ ਗਿਆਨ ਦੇ ਨਾਲ ਜਿਨ੍ਹਾਂ ਨੇ ਵੀ ਚਿੱਤ ਲਾਇਆ, ਕਹਿੰਦੇ ਉਹਨਾਂ ਨੂੰ ਦਾਤ ਮਿਲੀ ਹੈ, ਉਹ ਖਾਲੀ ਨਹੀਂ ਜਾਂਦੇ ਭਾਈ। ਉਹ ਸੋ ਖਾਲੀ ਕੋਈ ਨਾ ਹੈ, ਤਿੰਨ ਜਮ ਕੀ ਤਲਬ ਨਾ ਹੋਵੇ, ਨਾ ਹੋਏ ਦੁੱਖ ਸਹਾਏ। ਦੇਖੋ ਅੱਗੇ ਗਰੰਟੀ ਦੇ ਰਿਹਾ, ਕਹਿੰਦੇ ਜਮ ਉਹਨਾਂ ਨੂੰ ਨਹੀਂ ਜਮਰਾਜ ਧਰਮਰਾਜ ਜਿਹੜਾ ਉਹਨਾਂ ਨੂੰ ਕਾਲ ਫਾਰ ਨਹੀਂ ਕਰ ਸਕਦਾ। ਤਲਬ ਕਹਿੰਦੇ ਆ, ਜਿਵੇਂ ਕਹਿੰਦੇ ਆ ਭਾਈ ਪੁਕਾਰ ਆ ਗਈ ਹੈ, ਭਾਈ ਸਰਦਾਰਾ ਸਿੰਘ ਹਾਜ਼ਰ ਹੋ, ਬਸ ਕੋਰਟ ਦੇ ਵਿੱਚ ਪੇਸ਼ੀ ਆ ਗਈ ਹੈ, ਕਹਿੰਦੇ ਇਸ ਤਰ੍ਹਾਂ ਕੋਈ ਪੁਕਾਰ ਨਹੀਂ ਕਰੇਗਾ ਭਾਈ। ਦੇ ਵਿਲ ਨਾਟ ਬੀ ਡਿਮਾਂਡਡ ਬਾय ਜਮ ਧਰਮਰਾਜ। ਤਿਨ ਜਮ ਕੀ ਤਲਬ ਨਾ ਹੋਵੇ, ਨਾ ਉਹ ਦੁੱਖ ਸਹਾਏ, ਕਿਉਂ ਨਾਨਕ ਗੁਰਮੁਖੇ ਉਭਰੇ ਸੱਚੇ ਸ਼ਬਦੇ ਸਮਾਏ। ਉਹ ਤਾਂ ਬ੍ਰਹਮ ਗਿਆਨ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਅਨੁਸਾਰ, ਜਿਵੇਂ ਵੇ ਬ੍ਰਹਮ ਗਿਆਨ ਕਹਿ ਰਿਹਾ ਉਵੇਂ ਜਿਹੜੇ ਹੈਗੇ ਉਹ ਭਗਤੀ ਕਰਦੇ ਆ ਤੇ ਉਹ ਉੱਭਰ ਜਾਂਦੇ ਆ ਭਾਈ, ਔਰ ਸੱਚੇ ਸ਼ਬਦ ਦੇ ਵਿੱਚ ਹੀ ਸਮਾ ਜਾਂਦੇ ਆ, ਉਹ ਇਹ ਪ੍ਰਕਿਰਤੀ ਦੀ ਕੈਦ ਚੋਂ ਛੁੱਟ ਜਾਂਦੇ ਆ। ਹਾਂਜੀ ਵੀਰ ਜੀ। ਬਿਲਕੁਲ ਜੀ, ਸਹੀ ਹੈ। ਤੇ ਬਈ ਜਿਨ੍ਹਾਂ ਦਾ ਚਿੱਤ ਜੁੜ ਗਿਆ ਰੱਬ ਦੇ ਨਾਲ, ਉਹ ਤੇ ਮੁਕਤ ਹੀ ਹੈਗੇ। ਚਿੱਤ ਨਹੀਂ ਨਾ ਬੰਦੇ ਜੁੜਦਾ, ਮੇਰਾ ਚਿੱਤ ਨਹੀਂ ਕਰਦਾ ਉੱਥੇ ਜਾਣ ਨੂੰ। ਜੇ ਚਿੱਤ ਫਿਰ ਮੰਨ ਜਾਂਦਾ ਹੈ, ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ, ਕਿਉਂਕਿ ਚਿੱਤ ਦੇ ਵਿੱਚ ਹੀ ਤੇ ਚੀਜ਼ਾਂ ਡਿਸਪਲੇ ਹੁੰਦੀਆਂ ਨੇ। ਜਦੋਂ ਆਪਾਂ ਮਨ ਦੇ ਲੈਵਲ ਤੇ ਜੀਵਨ ਬਤੀਤ ਕਰਦੇ ਹਾਂ, ਮਨ ਹਉਮੈ ਦੇ ਵਿੱਚ ਹੁੰਦਾ ਤੇ ਚਿੱਤ ਦੇ ਵਿੱਚ ਕੋਈ ਚੀਜ਼ ਦਿਖਦੀ ਹੈ, ਉਹ ਫਿਰ ਜਾਂਦੀ ਨਹੀਂ, ਉੱਥੋਂ ਚਿੰਬੜ ਜਾਂਦੀ ਹੈ। ਜਿੱਦਾਂ ਲਸੂੜੀ ਵੇਖੀ, ਲਸੂੜੀ ਦੀ ਹੁੰਦਾ ਫਲ ਜਿਹੜਾ ਏਦਾਂ ਦਾ ਹੁੰਦਾ ਕਿ ਜਿੱਥੇ ਵੇਖੋ ਚਿਪਕ ਜਾਂਦਾ ਹੈ। ਇਸੇ ਤਰ੍ਹਾਂ ਤੁਹਾਡੇ ਜ਼ਿੰਦਗੀ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਜੇਕਰ ਕੋਈ ਚੀਜ਼ ਜੁੜੀ ਹੈ, ਹਉਮੈ ਨਾਲ ਜੁੜੀ ਹੈ, ਉਹ ਜਦੋਂ ਵੀ ਉੱਥੇ ਚਿੱਤ 'ਚ ਆਈ ਉਹਨੇ ਚਿੰਬੜ ਜਾਣਾ। ਚਿੱਤ 'ਚ ਦਮ ਨਹੀਂ ਹੈਗਾ ਤੇ ਉਹ ਫਿਰ ਮਨ ਉੱਥੇ ਉਲਝ ਜਾਂਦਾ ਵਿਚਾਰਾ। ਪਰ ਜਦੋਂ ਤੁਸੀਂ ਭਗਤੀ ਕੀਤੀ ਪ੍ਰਮਾਤਮਾ ਦੀ, ਇਹ ਚਿੱਤ ਨੇ ਨਿਰਮਲ ਹੋ ਜਾਣਾ। ਫਿਰ ਨਿਰਮਲ ਹੋ ਗਿਆ, ਫਿਰ ਕੀ ਹੋਊਗਾ, ਚੀਜ਼ਾਂ ਇਹ 'ਚ ਵੱਜਣਗੀਆਂ ਪਰ ਚੀਜ਼ਾਂ ਜੁੜਨੀਆਂ ਨਹੀਂ ਇਹਦੇ ਨਾਲ। ਇਹ ਆਪ ਹੀ ਜਿਹੜਾ ਹੈਗਾ ਗੋਰਖੀ ਸਾਹਿਬ ਖਰਾ ਖਰੇ 'ਚ ਜੁੜ ਜਾਏਗਾ ਜਾ ਕੇ। ਹਾਂ, ਤੇ ਬਾਕੀ ਤੇ ਬ੍ਰਹਮੀ ਆ। ਬ੍ਰਹਮ ਤੇ ਵੈਸੇ ਵੀ ਕਿਸੇ ਚੀਜ਼ ਨੂੰ ਫੜਦੇ ਨਹੀਂ, ਉਹ ਗੁਣ ਨੂੰ, ਉਹ ਨਾ ਗੁਣ ਨੂੰ ਨਾ ਅਵਗੁਣ ਨੂੰ ਗ੍ਰਹਿਣ ਨਹੀਂ ਕਰਦਾ ਨਿਜਰ ਸਾਹਿਬ। ਔਰ ਜਦੋਂ ਚਿੱਤ ਉਹਦੇ ਸੰਪਰਕ 'ਚ ਆ ਜਾਂਦਾ ਤੇ ਚਿੱਤ ਵੀ ਉਸ ਤਿਆਗ ਕਰ ਦਿੰਦਾ। ਸੰਸਾਰ ਉਹ 'ਚ ਟਿਕ ਨਹੀਂ ਸਕਦਾ ਨਿਜਰ ਸਾਹਿਬ। ਸੰਸਾਰ ਦੀ ਥੋੜੀ ਹਿੰਮਤ ਹੈ ਕਿ ਚਿੱਤ 'ਚ ਅੜ ਜੇ। ਬਿਲਕੁਲ। ਔਰ ਜਦੋਂ ਅੜਦੀ ਚੀਜ਼ ਤੇ ਪ੍ਰੋਬਲਮ ਤੇ ਉਦੋਂ ਹੀ ਹੁੰਦੀ ਹੈ, ਫਿਰ ਉਦੋਂ ਮਨ ਵਹਿੰਦਾ। ਹੁਣ ਇਹ ਜਿਵੇਂ ਜਿਵੇਂ ਤੁਸੀਂ ਭਗਤੀ ਕੀਤੀ, ਚਿੱਤ ਨਿਰਮਲ ਹੋ ਜਾਣਾ, ਮਨ ਵੀ ਨਿਰਮਲ ਹੋ ਜਾਣਾ। ਫਿਰ ਉੱਥੇ ਕੋਈ ਚੀਜ਼ ਡਿੱਗੇਗੀ, ਉਹ ਰੁਕਣੀ ਨਹੀਂ ਆ, ਸਲਿੱਪ ਹੋ ਜਾਣੀ ਆ ਸਮੇਂ ਦੇ ਨਾਲ। ਕਿਉਂਕਿ ਵਰਤਮਾਨ ਜਦੋਂ ਤੁਹਾਡਾ ਚਿੱਤ ਆ ਗਿਆ ਨਾ, ਫਿਰ ਚਿੱਤ 'ਚ ਕੋਈ ਚੀਜ਼ ਟਿਕ ਨਹੀਂ ਸਕਦੀ ਉੱਥੇ। ਜਦੋਂ ਤੁਸੀਂ ਵਰਤਮਾਨ ਕਾਲ ਰੂਪੀ ਧਾਰਾ 'ਚ ਆ ਗਏ ਨਾ, ਜਿੱਥੇ ਨਾ ਅੱਗੇ ਨਾ ਪਿੱਛੇ, ਜਦੋਂ ਤੁਰੀਆ ਅਵਸਥਾ, ਵਰਤਮਾਨ ਭਾਵ ਤੁਰੀਆ ਅਵਸਥਾ, ਤੁਰੀਆ ਦੇ ਵਿੱਚ ਤੁਹਾਡੀ ਸੁਰਤੀ ਆ ਗਈ, ਚਿੱਤ ਦੇ ਵਿੱਚ ਕੋਈ ਚੀਜ਼ ਟਿਕ ਨਹੀਂ ਸਕਦੀ। ਕਿਉਂਕਿ ਨਦੀ ਹੈ ਉਹ ਆਪਾਂ ਆਪਣੀ ਮਰਜ਼ੀ ਨਾਲ ਉੱਥੇ ਚੀਜ਼ ਫਸਾ ਦਿੰਦੇ ਆ ਹਉਮੈ ਦੇ ਕਰਕੇ। ਕਿਉਂਕਿ ਜਿਹੜੀ ਚੀਜ਼ ਲੰਘ ਗਈ ਉੱਥੇ, ਹੁਣ ਨਦੀ ਦੇ ਜਿਹੜਾ ਪੁਲਿਸ ਨੂੰ ਪਾਣੀ ਲੰਘ ਗਿਆ, ਉਹ ਵਾਪਸ ਕਿੱਥੋਂ ਲੈ ਆਓਗੇ, ਉਹ ਤੇ ਲੰਘ ਗਿਆ। ਇਸੇ ਤਰ੍ਹਾਂ ਚੇਤੇ ਆ ਸਾਡਾ, ਠੀਕ ਹੈ ਨਾ ਜੱਸਾ? ਬਿਲਕੁਲ। ਤੇ ਫਿਰ ਕਹਿੰਦੇ ਆ ਕਿ ਉਹ ਸੰਗਤ ਕਰੋ ਗੁਰਮੁਖਾਂ ਦੀ। ਅੱਜ ਤਾਂ ਆਪਾਂ ਬ੍ਰਹਮ ਗਿਆਨੀ ਦੀ ਸੰਗਤ ਕਰ ਰਹੇ ਆ ਤੇ ਜੀ ਉਹ ਫਿਰ ਕੀ ਕਹਿਣਗੇ, ਕਹਿੰਦੇ ਫਿਰ ਤੂੰ ਖਾਲੀ ਨਹੀਂ ਜਾਓਗੇ। ਗਰੰਟੀ ਲੈ ਰਹੇ ਆ ਉਹ, ਮਤਲਬ ਤੁਸੀਂ ਸਹੀ ਤਰ੍ਹਾਂ ਭਗਤੀ ਕਰੋਗੇ, ਉਹ ਤੁਹਾਨੂੰ ਚੀਜ਼ ਮਿਲੇਗੀ, ਗਰੰਟੀ। ਕਹਿ ਰਹੇ ਨੇ ਜੀ, ਦੇਖ ਲਓ ਆਪਾਂ ਤਾਂ ਆਪਣੇ ਕੋਲੋਂ ਗੱਪਾਂ ਮਾਰੀ ਜਾਂਦੇ ਹਾਂ, ਪਰ ਸਟੈਂਪ ਲਾਤੀ ਗੁਰੂਆਂ ਨੇ। ਉਹ ਕਹਿੰਦੇ ਕੋਈ ਖਾਲੀ ਨਹੀਂ ਜਾਊਗਾ, ਮੋਹਰ ਲਾ ਕੇ। ਤੇ ਅਗਲੇ ਬੰਨੇ ਕਹਿੰਦੇ ਨਾਨਕ ਗੁਰਮੁਖ ਉਭਰੇ ਸੱਚੇ ਸ਼ਬਦ ਸਮਾਏ, ਤੇ ਉਹ ਉੱਭਰ ਜਾਂਦੇ ਜੀ। ਹਾਂਜੀ, ਇਹ ਵੀ ਕਹਿ ਰਹੇ, ਕਹਿੰਦੇ ਕਿ ਉਹਨਾਂ ਨੂੰ ਜਮਾਂ ਦੀ ਤਲਬ ਨਹੀਂ ਹੋਏਗੀ ਭਾਈ, ਜਮ ਨਹੀਂ ਉਹਨਾਂ ਨੂੰ ਕਾਲ ਫਾਲ ਕਰਨਗੇ, ਦੁੱਖ ਨਹੀਂ ਸਹਿਣ। ਹਾਂਜੀ ਬਿਲਕੁਲ ਹੀ। ਨਿੱਜਾ ਸਾਹਿਬ ਤੁਹਾਨੂੰ ਨਿਰਭਉ ਪਦ ਤੇ ਹੁਣੇ ਮਿਲ ਜਾਣਾ। ਬਿਲਕੁਲ।
ਇੱਥੇ ਤੁਹਾਡਾ ਕੋਈ ਕਰੋੜ ਰੁਪਈਆ ਵੀ ਡੁੱਬ ਗਿਆ ਨਾ ਸਾਧ ਸੰਗਤ ਜੀ, ਮੈਂ ਆਪ ਜੀ ਨੂੰ ਇੱਕ ਕਹਿਣਾ ਚਾਹੁੰਦਾ, ਕਰੋੜ ਰੁਪਈਆ ਵੀ ਘੱਟੋਂ ਨਿਕਲ ਗਿਆ ਨਾ, ਤੁਹਾਡੇ ਚਿੱਤ ਚ ਮਾਸਾ ਸੰਤਾਪ ਨਹੀਂ ਹੋਣਾ। ਆਪ ਜਸਟ ਸੋਚੋ ਕਿ ਕਿਹੜੀ ਅਵਸਥਾ ਦੀ ਮੈਂ ਗੱਲ ਕਰਦਾ। ਏਦਾਂ ਤੇ 100-200 ਰੁਪਏ ਇੱਥੇ ਲੱਗੇ ਹੈਗੇ, ਇੱਕ ਬਜ਼ੁਰਗ ਹੈਗੇ ਉਹਨਾਂ ਦਾ 500 300-400 ਰੁਪਏ ਕੋਈ ਲੈ ਗਿਆ, ਉਹ ਕਹਿੰਦਾ ਮੇਰੇ ਮਨ ਚੋਂ ਗੱਲ ਨਿਕਲੀ ਨਹੀਂ ਕਿ 500 ਗਿਆ। ਮੈਂ ਹੁਣ ਮੈਂ ਤੁਹਾਨੂੰ ਇੱਥੇ ਕਹਿ ਰਿਹਾ ਕਿ ਜੇ ਤੁਸੀਂ ਬੰਦਗੀ ਕੀਤੀ, ਫਿਰ ਇੱਕ ਸਮਾਂ ਆਵੇ ਚੀਜ਼ ਛੁੱਟ ਵੀ ਗਈ ਨਾ, ਇੱਥੋਂ ਨੁਕਸਾਨ ਵੀ ਹੋ ਗਿਆ, ਚਿੱਤ ਚ ਨਹੀਂ ਉਹ ਕੁਝ ਹਲਚਲ ਹੋਣੀ। ਚਿੱਤ ਇੰਨਾ ਪਵਿੱਤਰ ਹੋਇਆ ਨਾ, ਇੰਨਾ ਪਾਵਰਫੁਲ ਹੈ। ਆਪ ਸੋਚੋ ਕਿ ਏਦਾਂ ਕਿੱਦਾਂ ਹੋਊਗਾ, ਨੁਕਸਾਨ ਹੋ ਗਿਆ ਤੇ ਚਿੱਤ ਚ ਕਿਉਂ ਨਾ ਪ੍ਰਭਾਵ ਪਵੇ। ਚਿੱਤ ਪਰਵਾਹ ਹੀ ਨਹੀਂ ਕਰਦਾ ਮੁੜ ਕੇ। ਇਹੋ ਤਾਂ ਗੱਲ ਹੈ ਆਤਮਾ ਦੀ, ਕਿਉਂਕਿ ਆਤਮਾ ਬਹੁਤ ਪਾਵਰਫੁਲ ਹੈ। ਉਹ ਸਾਰੇ ਆਤਮਾ ਦੇ ਗੁਣ ਤੁਹਾਡੇ ਚ ਆ ਜਾਣੇ ਨੇ ਨਿੱਜਾ ਸਾਹਿਬ। ਬਿਲਕੁਲ। ਉਹਨੂੰ ਉਹ ਚਿੰਤ ਹੈਗਾ, ਨਿਰਭਉ ਹੈ ਨਾ ਤੁਸੀਂ। ਆਹ ਜਿਹੜਾ ਮੂਲ ਮੰਤਰ ਚ ਲਿਖਿਆ ਨਿਰਭਉ ਨਿਰਵੈਰ, ਇਹ ਗੁਣ ਤੁਹਾਡੇ ਚ ਆ ਜਾਣੇ ਆ। ਤੁਸੀਂ ਕਿਸੇ ਨਾਲ ਵੈਰ ਨਹੀਂ ਕਰ ਸਕਦੇ, ਕਿਉਂਕਿ ਵੈਰ ਕਰਨ ਦੇ ਲਈ ਤੁਹਾਨੂੰ ਹਉਮੈ ਚਾਹੀਦੀ। ਹਉਮੈ ਤੇ ਉਹ ਚਿੱਤ ਚ ਖਤਮ ਹੋ ਗਈ ਹੈ। ਅਕਾਲ ਮੂਰਤ, ਤੁਸੀਂ ਕਾਲ ਚੋਂ ਲੰਘ ਜਾਣਾ, ਤੁਸੀਂ ਅਕਾਲ ਚ ਚੱਲ ਜਾਣਾ। ਜਿੱਥੇ ਪ੍ਰਮਾਤਮਾ ਬੈਠਾ ਉੱਥੇ ਕੋਈ ਗੜਬੜ ਨਹੀਂ, ਉੱਥੇ ਕੋਈ ਹਲਚਲ ਨਹੀਂ। ਸਮੁੰਦਰ ਦੇ ਉੱਪਰਲੇ ਤਲ ਚ ਹੀ ਹਲਚਲ ਹੁੰਦੀ ਹੈ। ਜਦੋਂ ਆਪਾਂ ਹਜ਼ਾਰਾਂ ਮੀਟਰ ਥੱਲੇ ਚੱਲ ਜਾਂਦੇ ਹਾਂ, ਉੱਥੇ ਤੇ ਕੋਈ ਹਲਚਲ ਨਹੀਂ ਹੈ। ਉਹ ਤੇ ਐਨ ਸੋਹਣੇ ਸਮੁੰਦਰ ਹੈ। ਉਸ ਅਵਸਥਾ ਚ ਜਦੋਂ ਆਪਾਂ ਪਹੁੰਚਦੇ ਹਾਂ ਬ੍ਰਹਮ ਦੇ ਅੰਦਰ, ਉੱਥੇ ਕੋਈ ਹਲਚਲ ਨਹੀਂ ਹੈਗੀ ਨਿੱਜਾ ਸਾਹਿਬ। ਉਹ ਮੂਮੈਂਟਲੈਸ ਪੁਆਇੰਟ ਹੈਗਾ। ਹਾਂ ਬਿਲਕੁਲ ਸਹੀ ਹੈ ਜੀ। ਹਾਂਜੀ, ਅੱਗੇ ਚੱਲੀਏ। ਪੌੜੀ ਢਾਡੀ ਤਿਸ ਨੂੰ ਆਖੀਏ। ਕਹਿੰਦੇ ਭਾਈ ਢਾਡੀ ਕਿਹਨੂੰ ਕਹੀਏ? ਕਿਹੜਾ ਹੈ ਢਾਡੀ ਜਿਹੜਾ ਹੈਗਾ ਮਾਲਕ ਪਰਮਾਤਮਾ ਦੀ ਜਿਹੜਾ ਸਿਫਤ ਸਲਾਹ ਕਰਦਾ ਆ? ਇਹ ਉਹ ਬੰਦਾ ਜਿਹੜਾ ਉਹਦੇ 'ਚ ਕੀ ਕੁਆਲਿਟੀ ਹੁੰਦੀ ਆ? ਕਿਹਨੂੰ ਕਹਿ ਸਕਦੇ ਆਪਾਂ ਵੀ ਇਹ ਢਾਡੀ ਹੈਗਾ, ਸਿਫਤ ਸਲਾਹ ਕਰਨ ਵਾਲਾ, ਇਹ ਭਗਤ ਹੈਗਾ? ਕਹਿੰਦੇ ਇੱਕ ਕੁਆਲਿਟੀ ਹੈ ਭਾਈ, ਜੇ ਖਸਮੇ ਧਰੇ ਪਿਆਰ, ਉਹਦੇ ਅੰਦਰੋਂ ਜਿਹੜਾ ਹੈ ਉਹਨੂੰ ਮਾਲਕ ਦੇ ਨਾਲ ਪਿਆਰ ਹੁੰਦਾ ਹੈ। ਜਿਹਨੂੰ ਮਾਲਕ ਦੇ ਨਾਲ ਪਿਆਰ ਹੈ ਅੰਦਰੋਂ, ਉਹ ਢਾਡੀ ਹੈਗਾ, ਉਹ ਭਗਤ ਹੈਗਾ, ਉਹ ਜਿਹੜਾ ਹੈਗਾ ਸੇਵਾ ਕਰਨ ਵਾਲਾ ਹੈਗਾ ਭਾਈ। ਜਿਹਦੇ ਮਨ 'ਚ ਹੋ ਰਿਹਾ ਅਤੇ ਮੁੱਖ ਦੇ ਵਿੱਚ ਹੋ ਰਿਹਾ, ਮੂੰਹ ਦੇ ਨਾਲ ਭਾਵੇਂ ਜਿਹੇ ਜਿਹੀ ਮਾਲੜੀ ਮਰਜ਼ੀ ਬਚਨ ਬੋਲੇ, ਪਿਆਰ ਵਾਲੇ ਮਿੱਠੇ ਬਚਨ, ਅੰਦਰ ਜਿਹੜਾ ਕੁਛ ਹੋ ਰਿਹਾ, ਬਾਹਰ ਕੁਛ ਹੋ ਰਿਹਾ, ਉਹ ਭਾਈ ਢਾਡੀ ਨਹੀਂ ਹੈਗਾ। ਢਾਡੀ ਉਹ ਹੈਗਾ ਦਰ ਖੜੇ ਸੇਵਾ ਕਰੇ, ਗੁਰ ਸ਼ਬਦੀ ਵਿਚਾਰ, ਜਿਹੜਾ ਆਪਣੇ ਗੁਰੂ ਬ੍ਰਹਮ ਗਿਆਨੀਆਂ ਦੇ ਗਿਆਨ ਨੂੰ ਵਿਚਾਰਦਾ ਹੈਗਾ। ਔਰ ਜੋ ਗਿਆਨ ਕਹਿ ਰਿਹਾ ਹੈ ਭਾਈ, ਵਿਚਾਰ ਛੱਡ ਔਰ ਸੁਣਨ ਦੇ ਵਿੱਚ ਮਾਲਕ ਦੇ ਦਰ ਦੇ ਉੱਤੇ ਜਾ ਕੇ ਮੰਗਤਾ ਬਣ ਕੇ ਖੜਾ ਹੋ ਜਾ। ਫਿਰ ਜਿਹੜਾ ਢਾਡੀ ਜਿਹੜਾ ਦਰ ਖੜਾ ਸੇਵਾ ਕਰੇ, ਗੁਰ ਸ਼ਬਦੀ ਵਿਚਾਰ, ਫਿਰ ਕੀ ਹੁੰਦਾ? ਢਾਡੀ ਦਰ ਕਰ ਪਾਏ ਸੀ, ਸੱਚ ਰੱਖੇ ਔਰ ਤਾਰ। ਕਹਿੰਦੇ ਉਹਨੇ ਤਾਂ ਡੈਫੀਨੇਟਲੀ ਦਰ ਔਰ ਘਰ ਦੋਨੋਂ ਹੀ ਮਿਲ ਜਾਣੇ। ਉਹਨੂੰ ਘਰ ਵੀ ਲੱਭ ਜਾਣਾ ਹੈ, ਮਹਿਲ ਵੀ ਮਿਲ ਜਾਣਾ ਹੈ, ਦਰ ਵੀ ਮਿਲ ਜਾਣਾ ਹੈ। ਕਿਹਨੂੰ? ਜਿਹੜਾ ਸੱਚ ਨੂੰ ਆਪਣੇ ਹਿਰਦੇ ਦੇ ਵਿੱਚ ਧਾਰ ਕੇ ਰੱਖਦਾ ਹੈ। ਸੱਚ ਹੈ ਪਰਮੇਸ਼ਰ ਦੀ ਬੰਦਗੀ, ਸੱਚ ਹੈਗਾ ਪਰਮੇਸ਼ਰ ਦਾ ਧਿਆਨ। ਢਾਡੀ ਕਾ ਮਹਿਲ ਅਗਲਾ ਹਰ ਕੇ ਨਾਏ ਪਿਆਰ। ਔਰ ਢਾਡੀ ਨੂੰ ਜਿਹੜਾ ਮਾਲਕ ਪਰਮਾਤਮਾ ਦੇ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ। ਢਾਡੀ ਦੀ ਜੀਵਨ ਜਿਹੜਾ ਹੈਗਾ ਬਹੁਤ ਹੀ ਉਚਾਈ ਵਾਲਾ ਹੋ ਜਾਂਦਾ ਹੈ। ਅਗਲਾ ਮਤਲਬ ਜਿਹੜਾ ਹੈਗਾ ਬਹੁਤ ਹੀ ਉਚਾਈ ਵਾਲਾ ਜੀਵਨ, ਬਹੁਤ ਉੱਚਾ ਜੀਵਨ ਹੋ ਜਾਂਦਾ ਹੈ ਢਾਡੀ ਦਾ। ਉਹਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ। ਹਰ ਕੇ ਨਾਏ ਪਿਆਰ, ਢਾਡੀ ਕੀ ਸੇਵਾ ਚਾਕਰੀ, ਹਰ ਜਪੇ ਹਰ ਨਿਸਤਾਰ। ਢਾਡੀ ਦੀ ਸੇਵਾ ਚਾਕਰੀ ਕੀ ਹੈਗੀ? ਪਰਮੇਸ਼ਰ ਦਾ ਜਪ ਕਰਨਾ। ਅਤੇ ਪਰਮੇਸ਼ਰ ਦਾ ਜਪ ਕਰਨਾ ਕੀ ਹੁੰਦਾ? ਹਰ ਨਿਸਤਾਰੇ, ਪਰਮੇਸ਼ਰ ਜਿਹੜਾ ਹੈਗਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖ ਲਓ, ਢਾਡੀ ਤੋਂ ਭਾਵ ਆਪ ਸਮਝੋ ਕਿ ਧਾਰਮਿਕ ਮਨੁੱਖ। ਹਾਂ, ਸੇਵਾ ਕਰਨ ਵਾਲਾ, ਭਗਤੀ ਕਰਨ ਵਾਲਾ, ਪਿਆਰ ਕਰਨ ਵਾਲਾ ਪਰਮੇਸ਼ਰ ਦੇ ਨਾਲ। ਹਾਂ, ਕੋਈ ਵੀ ਜਿਹੜਾ ਬੰਦਾ ਬੰਦਗੀ ਕਰ ਰਿਹਾ ਹੈ, ਕੋਈ ਭਵ ਸਾਗਰ ਤੋਂ ਅੱਗੇ ਲੰਘਣਾ ਚਾਹੁੰਦਾ ਹੈ, ਉਹ ਕਹਿੰਦੇ ਉਹਦੇ ਅੰਦਰ ਇਹ ਜਿਹੜੀਆਂ ਖੂਬੀਆਂ ਹੋਣੀਆਂ ਜ਼ਰੂਰੀ ਹੈ। ਕੋਈ ਬੰਦੇ 'ਚ ਗੁਣ ਹੁੰਦੇ ਨਾ, ਇਹ ਗੁਣ ਚਾਹੀਦੇ ਆ। ਪਹਿਲਾ ਗੁਣ ਕਹਿੰਦੇ ਆ ਕਿ ਖਸਮ ਨਾਲ ਪਿਆਰ ਕਰੇ ਜੀ, ਪਰਮਾਤਮਾ ਦੇ ਨਾਲ ਉਹਦਾ ਦਿਲੋਂ ਪਿਆਰ ਹੋਣਾ ਚਾਹੀਦਾ। ਬਿਲਕੁਲ। ਨਹੀਂ ਤੇ ਉਹ ਬਾਣੀ ਕਹਿੰਦੀ ਆ ਮੁਖ ਹੋਰ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਉਹ ਨਹੀਂ ਗੜਬੜ ਕਹਿੰਦੇ ਚਾਹੀਦੀ, ਪ੍ਰੈਕਟੀਕਲ ਬੰਦਾ ਚਾਹੀਦਾ। ਫਿਰ ਕਹਿੰਦੇ ਆ
ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ, ਗੁਰੂ ਦੇ ਸ਼ਬਦਾਂ ਦੇ, ਗੁਰੂ ਦੀ ਮੱਤ ਨੂੰ ਵਿਚਾਰ ਕੇ, ਜੋ ਗੁਰੂ ਦੀ ਮੱਤ ਕਹਿ ਰਹੀ ਆ, ਆਪਣੇ ਵਿਚਾਰ ਬੰਦ ਕਰਕੇ ਤੇ ਅੰਦਰ ਆਪਣੇ ਮਨ ਦੇ ਵਿੱਚ ਭਗਤੀ ਕਰੇ। ਦਰ ਆ, ਉੱਥੇ ਦਰ ਲੱਭਣਾ ਹੈ ਭਾਈ। ਮਨ ਦੇ ਵਿੱਚ ਜਦ ਵਿਚਾਰ ਬੰਦ ਹੋ ਗਏ, ਮਨ ਦੇ ਵਿੱਚ ਮਨ ਵਿੰਨਿਆ ਗਿਆ ਤੇ ਉਹਨੂੰ ਦਰ ਕਹਿੰਦੀ ਹੈ ਬਾਣੀ। ਹਾਂਜੀ ਵੀਰ ਜੀ। ਹਾਂ, ਦਰ ਖੜਾ ਸੇਵਾ ਕਰੇ, ਠੀਕ ਹੈ ਜੀ। ਖੜਾ ਦਾ ਮਤਲਬ ਰੁਕ ਗਿਆ, ਮਨ ਰੁਕ ਗਿਆ, ਮਨ ਰੁਕ ਗਿਆ, ਠੀਕ ਹੈ ਜੀ। ਫਿਰ ਅਗਲੇ ਬੰਦੇ ਕਹਿੰਦੇ ਢਾਡੀ ਦਰ ਘਰ ਪਾਈ ਸੀ ਸੱਚ ਰੱਖੇ ਉਰਤਾਰ। ਹਾਂ, ਜਿਹੜਾ ਸੱਚ ਨੂੰ ਉਰਤੇ ਵਿੱਚ, ਉਹਨਾਂ ਹਿਰਦੇ 'ਚ ਕੀ ਆ? ਪਰਮੇਸ਼ਰ। ਉਹਦੇ ਹਿਰਦੇ 'ਚ ਕੀ ਆ? ਮਾਲਕ ਦੀ ਬੰਦਗੀ। ਜਿਹਨੇ ਆਹ ਚੀਜ਼ ਨੂੰ ਆਪਣੇ ਹਿਰਦੇ 'ਚ ਧਾਰ ਕੇ ਰੱਖ ਲਿਆ ਬਈ ਮੈਂ ਤਾਂ ਬਸ ਬੰਦਗੀ ਕਰਨੀ ਹੈ, ਚਾਹੇ ਜੋ ਮਰਜ਼ੀ ਹੋ ਜਾਏ, ਉਹਨੂੰ ਫਿਰ ਢਾਡੀ ਨੂੰ ਦਰ ਔਰ ਘਰ ਦੋਨੋਂ ਉਹ ਪਾ ਲੈਂਦਾ ਹੈ। ਹਾਂਜੀ ਵੀਰ ਜੀ। ਤੇ ਫਿਰ ਅਗਲੇ ਬੰਨੇ ਲਿਖਿਆ ਕਿ ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ। ਕਹਿੰਦੇ ਉਹਦਾ ਤਾਂ ਭਾਈ ਬੜੀ ਉੱਚੀ, ਉਹਨੂੰ ਤਾਂ ਉਹ ਮਾਲਕ ਪਰਮਾਤਮਾ ਜਿਹੜਾ ਸਭ ਤੋਂ ਉੱਚਾ ਹੈ, ਉਹਦਾ ਮਹਿਲ ਪ੍ਰਾਪਤ ਕਰ ਲਿਆ ਭਾਈ। ਢਾਡੀ ਦੀ ਅਵਸਥਾ ਤਾਂ ਆ ਹੋ ਗਈ। ਉਹਨੂੰ ਤਾਂ ਪਰਮੇਸ਼ਰ ਦੇ ਨਾਲ, ਨਾਮ ਦੇ ਨਾਲ ਪਿਆਰ ਹੋ ਗਿਆ। ਹਰ ਕੈ ਨਾਏ ਪਿਆਰ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਜੀ। ਫਿਰ ਕਹਿੰਦੇ ਉਹਨੂੰ ਹਰ ਦੇ ਨਾਮ ਦੇ ਨਾਲ ਪਿਆਰ ਹੋ ਜਾਂਦਾ। ਤੇ ਔਰ ਜਿਹਨੂੰ ਪਿਆਰ ਹੋ ਜੇ ਭਾਈ, ਉਹ ਤੇ ਹੁਣ ਤੁਸੀਂ ਵੇਖੋ, ਤੁਹਾਡੇ, ਮੈਂ ਸਾਰੀ ਸਾਧ ਸੰਗਤ ਨੂੰ ਕਹਿ ਰਿਹਾ ਕਿ ਤੁਹਾਨੂੰ ਵੀ ਏਦਾਂ ਦਾ ਕੋਈ ਇਨਸਾਨ, ਔਰਤ ਜਾਂ ਮਰਦ ਮਿਲੇ ਜਿਹੜਾ ਤੁਹਾਨੂੰ ਸੱਚਾ ਪਿਆਰ ਕਰੇ ਨਾ, ਤੇ ਬੜੀ ਵੱਡੀ ਗੱਲ ਹੈ। ਕੌਣ ਕਿਹਨੂੰ ਸੱਚਾ ਪਿਆਰ ਕਰਦਾ? ਤਾਂ ਸਾਰੇ ਲੋਕੀ ਆਪਣੀਆਂ ਲੋੜਾਂ ਲੜਾਂ ਕਰਕੇ ਹੁੰਦੇ ਆ, ਕੋਈ ਨਾ ਕੋਈ ਕਾਰਨ ਹੁੰਦਾ ਬੰਦਾ, ਇਸ ਕਰਕੇ ਬੰਦਾ ਜੁੜਿਆ ਹੁੰਦਾ। ਇੱਥੇ ਕਹਿੰਦੇ ਕਿ ਉਹ ਜਿਹੜਾ ਬੰਦਾ ਜਿਹੜਾ ਪ੍ਰਮਾਤਮਾ ਨੂੰ ਪਿਆਰ ਕਰਦਾ, ਬਾਣੀ 'ਚ ਪਹਿਲਾਂ ਵੀ ਕਿਹਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਬਿਲਕੁਲ। ਤੇ ਪ੍ਰੇਮ ਜਿਹੜਾ ਕਰੇ ਪ੍ਰਮਾਤਮਾ ਨੂੰ, ਫਿਰ ਉਹ ਤੇ ਬੜੀ ਵੱਡੀ ਗੱਲ ਹੈ ਜੀ। ਪਰਮਾਤਮਾ ਜਿਹੜਾ ਹਰ ਨਿਸਤਾਰੇ, ਪਰਮਾਤਮਾ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ। ਹਾਂ ਜੀ, ਪਿਆਰ ਕਰਾਂਗੇ ਤੇ ਫਿਰ ਗੱਲ ਬਣਦੀ ਹੈ। ਤੇ ਭਗਤੀ ਦਾ ਮਤਲਬ ਹੀ ਪਿਆਰ ਹੈ। ਬਿਲਕੁਲ ਪਿਆਰ ਹੈ। ਬਿਲਕੁਲ। ਜਿਨ ਪ੍ਰੇਮ ਕੀਓ ਤਿਨਿ ਪ੍ਰਭ ਪਾਏ। ਹਾਂ, ਪ੍ਰੇਮ ਦਾ ਮਤਲਬ ਹੀ ਭਗਤੀ ਹੈ। ਭਗਤੀ ਕੁਝ ਅਲੱਗ ਚੀਜ਼ ਨਹੀਂ ਹੈ। ਭਗਤੀ ਇਟ ਇਜ਼ ਏ ਪਿਆਰ। ਕੋਈ ਭਗਤੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਲੱਖ ਵਾਰੀ ਵਾਹਿਗੁਰੂ ਕਹਿਤਾ, ਕਰੋੜ ਵਾਰੀ ਕਹਿਤਾ, ਤੁਸੀਂ 2-3 ਵਾਰੀ ਵੀ ਕਹਿਤਾ, ਡੈਟ ਇਜ਼ ਇਨਫ। ਠੀਕ ਹੈ। ਤੇ ਅੱਜ ਦੀ ਵਿਚਾਰ ਇੱਥੇ ਜੀ। ਹਾਂਜੀ ਵੀਰ ਜੀ, ਉਹ ਉਹਨਾਂ ਦੀ ਅਰਦਾਸ ਕਰ ਦੇਣਾ ਜੀ ਆਪਣੇ। ਹਾਂ, ਅਰਦਾਸਾਂ ਹੈਗੀਆਂ ਨੇ ਅੱਜ। ਕੋਈ ਨਹੀਂ, ਮੈਂ ਕਰ ਦੇਣਾ। ਹੈਲੋ ਵੀਰ ਜੀ, ਮੈਂ ਵੀ ਅਰਦਾਸ ਕਰਾਉਣੀ ਹੈ ਜੀ। ਮੈਂ ਠੀਕ ਨਹੀਂ ਹੈਗੀ, ਮੇਰਾ ਸਰੀਰ ਕਸ਼ਟ ਜਿਹਾ ਆਇਆ ਹੈ। ਨਾਲੇ ਮੇਰੀ ਭਗਤੀ ਲਵਾਓ ਨਾਲ ਪਰਮਾਤਮਾ ਦੇ ਨਾਲ। ਓਕੇ ਬਾਈ ਜੀ, ਬਸ ਕਰੋ। ਠੀਕ ਹੈ ਜੀ, ਠੀਕ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਪੜ੍ਹਦੇ ਸੁਣਦੇ ਜੋ ਵੀ ਸੇਵਕ ਹਨ, ਇਹਨਾਂ ਨੂੰ ਆਪ ਤੰਦਰੁਸਤੀਆਂ ਬਖਸ਼ੋ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ। ਮੇਰੇ ਪਿਤਾ ਜੀ ਕੁਝ ਅਰਦਾਸਾਂ ਆਈਆਂ ਨੇ। ਇੱਕ ਤੇ ਅਰਦਾਸ ਆਈ ਹੈ ਮੇਰੇ ਪਿਤਾ, ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਸਰੀਰਕ ਤੰਦਰੁਸਤੀ ਦੇ ਲਈ ਆਪ ਉਹਨਾਂ ਦੀ ਅਰਦਾਸ ਮਨਜ਼ੂਰ ਕਰੋ, ਉਹਨਾਂ ਨੂੰ ਤੰਦਰੁਸਤੀ ਬਖਸ਼ੋ। ਇੱਕ ਮੇਰੇ ਪਿਤਾ ਇੱਕ ਅਰਦਾਸ ਹੈ, ਕਹਿੰਦੇ ਨੇ ਕਿ ਉਹ ਇੱਥੇ ਸੰਗਤ ਕਰਦੇ ਸੀ, ਬਜ਼ੁਰਗ ਨੇ, ਸਰੀਰ ਦਾ ਤਿਆਗ ਕਰ ਗਏ, ਆਪ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੋ, ਉਹਨਾਂ ਦਾ ਜੀਵਨ ਸਫਲ ਕਰੋ ਮੇਰੇ ਮਾਲਿਕ। ਵੈਸੇ ਬਾਣੀ 'ਚ ਲਿਖਿਆ ਹੀ ਹੈ ਕਿ ਕੁਝ ਪਲਾਂ ਦੀ ਸੰਗਤ ਕੀਤੀ ਵੀ ਬੰਦੇ ਨੂੰ ਮੁਕਤ ਕਰ ਦਿੰਦੀ ਹੈ। ਆਪ ਮਿਹਰ ਕਰੋ, ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਬਖਸ਼ੋ ਜੀ। ਉਸ ਤੋਂ ਬਾਅਦ ਮੇਰੇ ਪਿਤਾ ਜੀ ਇੱਕ ਭੈਣ ਬਾਹਰੋਂ ਅਰਦਾਸ ਕਰਾਉਂਦੇ ਨੇ। ਉਹ ਕਹਿੰਦੇ ਮਨ ਥੋੜਾ ਜਿਹਾ ਅਸ਼ਾਂਤ ਆ, ਥੋੜਾ ਘਰੇ ਪ੍ਰੋਬਲਮ ਹੈ, ਆਪ ਮਿਹਰ ਕਰੋ, ਆਪ ਉਹਨਾਂ ਨੂੰ ਸਮੱਤ ਬਖਸ਼ੋ। ਇੱਕ ਮੇਰੇ ਪਿਤਾ ਹੋਰ ਅਰਦਾਸ ਆਈ ਹੈ, ਉਹ ਕਹਿ ਰਹੇ ਨੇ ਕਿ ਬੱਚਾ ਬਾਹਰ ਗਿਆ ਤੇ ਉਹ ਬੱਚਾ ਚਾਹੁੰਦਾ ਕਿ ਇਹ ਜੀਵਨ ਦੁਬਾਰਾ ਮੈਂ ਸ਼ੁਰੂ ਕਰਨ ਜਾ ਰਿਹਾ। ਆਪ ਉਹਨੂੰ ਉਦਮ ਬਖਸ਼ੋ, ਹਿੰਮਤ ਬਖਸ਼ੋ, ਤਾਂ ਜੋ ਆਪਣਾ ਜੀਵਨ ਸਫਲ ਕਰ ਲਏ। ਇੱਕ ਮੇਰੇ ਪਿਤਾ ਲਾਸਟ ਤੇ ਅਰਦਾਸ ਹੋ ਰਹੇ ਨੇ। ਇਹ ਕਹਿੰਦੇ ਨੇ ਕਿ ਭਗਤੀ ਦੇ ਲਈ ਅਰਦਾਸ ਚਾਹੀਦੀ ਹੈ, ਇੱਕ ਇਹਨਾਂ ਨੂੰ ਤੰਦਰੁਸਤੀ ਦੇ ਲਈ
ਇਹਨਾਂ ਦੀ ਜ਼ਰੂਰਤ ਹੈ। ਮੇਰੇ ਪਿਤਾ ਜੀ ਆਪ ਮਿਹਰ ਕਰੋ, ਇਹਨਾਂ ਨੂੰ ਤੰਦਰੁਸਤੀ ਬਖਸ਼ੋ, ਭਗਤੀ ਦਾ ਵੀ ਦਾਨ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। 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 ਤਾਂ ਸੰਗਤ ਜੀ ਆਪ ਚੁੱਪ ਹੋ ਜਾਓ। ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।